ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ। ਸਹਸ 18 ਕਹਿਨ ਕਤਿਬਾ ਅਸਲੂ ਇਕ ਧਾਤ। ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸਤਿਗੁਰੂ ਆਪ ਹੀ ਵਰਤਦੇ ਪਏ ਨੇ। ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਅਸਾਂ ਨੇ ਕੱਲ ਸ਼੍ਰੀ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਤੱਕ ਆਪਸ ਵਿੱਚ ਵਿਚਾਰ ਸਾਂਝੀ ਕੀਤੀ ਸੀ। ਅੱਜ ਅਸੀਂ 22ਵੀਂ ਪੌੜੀ ਸ਼ਰਵਣ ਕੀਤੀ ਹੈ। ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਕਲਗੀਧਰ ਪਾਤਸ਼ਾਹ ਜੀ ਨੇ ਅੱਜ ਸ੍ਰਿਸ਼ਟੀ ਦੇ ਵਿੱਚ ਪ੍ਰਕਾਸ਼ ਧਾਰ ਕੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਸਾਰਿਆਂ ਨੂੰ ਸਿੱਖਿਆ ਦਿੱਤੀ। ਤੇ ਸਿੱਖਿਆ ਸਾਨੂੰ ਕੀ ਦਿੱਤੀ ਅਸੀਂ ਇਤਿਹਾਸ ਦੇ ਵਿੱਚ ਦੇਖਾਂਗੇ। ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਅਸੀਂ ਵਿਸ਼ਰਾਮ ਲਾਵਾਂਗੇ ਲੱਖ ਤੇ ਨਾਲੇ ਕਈ ਵਾਰ ਅਸੀਂ ਇੰਜ ਉਚਾਰਨ ਕਰਦੇ ਹਾਂ ਪਤਾਲਾ ਪਤਾਲਾ ਪਤਾਲ ਲਖ ਅਗਾਸਾ ਅਗਾਸ। ਧਿਆਨ ਦੇਣਾ ਪਏਗਾ, ਪੱਪੇ ਨੂੰ ਕਰਨਾ ਹੈ। ਪਾਤਾਲਾ ਪਾਤਾਲ ਅੱਗੇ ਅਲਫਾਜ਼ ਨੂੰ ਲੱਖ ਕਹਿਣਾ ਹੈ। ਲੱਖ ਲੱਖ ਨਹੀਂ ਕਹਿਣਾ। ਲੱਖ ਤੇ ਲੱਖ ਦੋਵਾਂ 'ਚ ਵੇਖੋ ਕਿੰਨਾ ਫਰਕ ਹੈ ਜੀ। ਉਚਾਰਨ ਕਰਾਂਗੇ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਐੜੇ ਨੂੰ ਕਰਨਾ ਹੈ ਆਪਾਂ ਆਗਾਸਾ ਆਗਾਸ ਕਹਾਂਗੇ। ਆਗਾਸਾ ਆਗਾਸ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਤਨੇ ਵੀ ਵੇਦ ਹਨ, ਜਿਤਨੇ ਵੀ ਹਿੰਦੂ ਧਰਮ ਦੇ ਗ੍ਰੰਥ ਹਨ, ਉਹਨਾਂ ਵਿੱਚ ਉਲੇਖ ਹੈ ਕਿ ਲੱਖਾਂ ਹੀ ਪਤਾਲ ਹਨ ਤੇ ਲੱਖਾਂ ਹੀ ਆਕਾਸ਼ ਹਨ। ਮਹਾਰਾਜ ਜੀ ਕਹਿੰਦੇ ਨੇ ਇਹ ਬਚਨ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਤੇ ਉਸ ਵੇਲੇ ਓੜਕ ਓੜਕ, ਊੜੇ ਦਾ ਮੂੰਹ ਖੁੱਲ੍ਹਾ ਹੈ। ਜਿਸ ਵੇਲੇ ਊੜੇ ਦਾ ਮੂੰਹ ਖੁੱਲ੍ਹਾ ਹੋਵੇ ਉਹਦਾ ਅਰਥ ਹੁੰਦਾ ਹੈ ਊੜੇ ਉੱਤੇ ਹੋੜਾ ਹੈ। ਊੜੇ ਉੱਤੇ ਹੋੜਾ ਹੈ। ਅਸੀਂ ਇਹ ਸਭ ਜਾਣਦੇ ਹੋਵਾਂਗੇ, ਫੇਰ ਹੀ ਅਸੀਂ ਬੱਚਿਆਂ ਨੂੰ ਸਮਝਾਵਾਂਗੇ, ਆਪਣੇ ਬੱਚਿਆਂ ਨੂੰ ਸਿਖਾਵਾਂਗੇ। ਊੜੇ ਦਾ ਮੂੰਹ ਖੁੱਲ੍ਹਾ ਹੈ। ਓੜਕ ਓੜਕ, ਓੜਕ ਦਾ ਅਰਥ ਹੁੰਦਾ ਹੈ ਅੰਤ ਤੱਕ, ਅਖੀਰ ਵਿੱਚ। ਓੜਕ ਓੜਕ, ਕਈ ਉੜਕ ਉੜਕ ਕਹਿੰਦੇ ਨੇ, ਉੜਕ ਉੜਕ ਨਹੀਂ ਕਹਿਣਾ। ਓੜਕ ਓੜਕ ਭਾਲ ਥੱਕੇ, ਇਸ ਨੂੰ ਥੱਕੇ ਕਹਿਣਾ। ਥੱਥੇ ਉੱਤੇ ਅਧਕ ਪਏਗਾ ਬੋਲਣ ਦੇ ਵਿੱਚ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਇੱਕ ਬਾਤ ਦਾ ਅਰਥ ਹੁੰਦਾ ਹੈ ਕਿ ਸਾਰੇ ਇੱਕੋ ਜ਼ੁਬਾਨ ਦੇ ਨਾਲ ਇੱਕੋ ਵਾਰ ਦੇ ਵਿੱਚ ਇਹ ਕਹਿੰਦੇ ਨੇ। ਜਿਤਨੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਜਪੀ ਤਪੀ ਸੰਨਿਆਸੀ ਤਪਸਵੀ ਹੋਏ ਨੇ, ਉਹ ਕਹਿੰਦੇ ਨੇ ਅਸੀਂ ਆਪਣੀ ਸੁਰਤ ਨੂੰ ਸਰੀਰ ਵਿੱਚੋਂ ਅਲੱਗਾ ਕਰਕੇ ਅਸੀਂ ਪਤਾਲਾਂ ਦੀ ਖੋਜ ਵਿੱਚ ਗਏ ਕਿ ਅਖੀਰਲਾ ਪਤਾਲ ਕਿੱਥੇ ਹੈ।
ਤੇ ਪਤਾਲਾਂ ਦੀ ਕੋਈ ਗਿਣਤੀ ਨਹੀਂ। ਤੇ ਜਿਸ ਵੇਲੇ ਸੁਰਤ ਨੂੰ ਸਰੀਰ ਵਿੱਚੋਂ ਕੱਢ ਕੇ, ਆਤਮਾ ਨੂੰ ਸਰੀਰ ਵਿੱਚੋਂ ਕੱਢ ਕੇ ਆਕਾਸ਼ਾਂ ਵੱਲ ਲੈ ਕੇ ਗਏ, ਤੇ ਫਿਰ ਦਿਸਦਾ ਹੈ ਕਿ ਉੱਤੇ ਲਾਲ ਰੰਗ ਦਾ ਆਕਾਸ਼ ਹੈ, ਲਾਲ ਰੰਗ ਦੀ ਧਰਤੀ ਹੈ, ਨੀਲੇ ਰੰਗ ਦੀ ਧਰਤੀ ਹੈ, ਪੀਲੇ ਰੰਗ ਦੀ ਧਰਤੀ ਹੈ। ਕਹਿੰਦੇ ਨੇ ਨਾ ਤੇ ਆਕਾਸ਼ਾਂ ਦਾ ਅੰਤ ਮਿਲਿਆ ਤੇ ਨਾ ਹੀ ਪਾਤਾਲਾਂ ਦਾ ਅੰਤ ਮਿਲਿਆ। ਇਸ ਢੰਗ ਦੇ ਨਾਲ ਪਰਮੇਸ਼ਵਰ ਦੀ ਇਸ ਰਚਨਾ ਦਾ ਕਿਸੇ ਨੇ ਵੀ ਪਾਰਲਾ ਕੰਡਾ ਪਾਇਆ ਨਹੀਂ। ਕਹਿੰਦੇ ਨੇ ਸਾਰੇ ਹੀ ਜਿੰਨੇ ਵੀ ਵੇਦ ਨੇ ਉਹ ਇਹੀ ਕਹਿੰਦੇ ਨੇ ਕਿ ਭਾਈ ਅੰਤ ਇਸ ਦਾ ਪਾਇਆ ਨਹੀਂ ਜਾ ਸਕਦਾ। ਜੋ ਅੰਤ ਪਾਉਣ ਵਾਲੇ ਪਾਸੇ ਚੱਲਦਾ ਹੈ ਉਹ ਅਖੀਰ ਵਿੱਚ ਥੱਕ ਜਾਂਦਾ ਹੈ। ਤੇ ਅੰਤ ਪਾਉਣ ਦੀ ਕੋਸ਼ਿਸ਼ ਉਹੀ ਕਰੇਗਾ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝੇਗਾ ਕਿ ਮੈਂ ਸਭ ਤੋਂ ਵੱਧ ਸਿਆਣਾ। ਅੱਗੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਸਹਸ 18 ਕਹਿਨ ਕਤੇਬਾ ਅਸਲੂ ਇਕ ਧਾਤ। ਇਨ੍ਹਾਂ ਸ਼ਬਦਾਂ ਨੂੰ ਧਿਆਨ ਨਾਲ ਵਾਚੀਏ। ਸਹਿਸ ਕਹਿੰਦੇ ਨੇ ਹਜ਼ਾਰਾਂ, 18 ਦਾ ਅਰਥ ਹੈ 18, ਇਸ ਦਾ ਅਰਥ ਹੈ 18,000। ਸਹਿਸ 18 ਕਹਿਨ ਕਤੇਬਾ। ਇੱਥੇ ਕਤੇਬ ਦਾ ਅਰਥ ਹੈ ਈਸਾਈ ਧਰਮ ਤੇ ਇਸਲਾਮ ਧਰਮ ਦੀਆਂ ਉਹ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ। ਸਹਿਸ ਹਜ਼ਾਰਾਂ, 18 ਦਾ ਅਰਥ 18। ਕਹਿੰਦੇ ਨੇ ਜਿੰਨੇ ਵੀ ਇਸਲਾਮ ਧਰਮ ਤੇ ਜੋ ਵੀ ਈਸਾਈ ਧਰਮ ਦੇ ਗ੍ਰੰਥ ਨੇ ਉਹ ਕਹਿੰਦੇ ਨੇ ਕਿ 18,000 ਤਬਕ ਹਨ, 18,000 ਆਲਮ ਹਨ, 18,000 ਲੋਕ ਹਨ। ਸਹਿਸ 18 ਕਹਿਨ ਕਤੇਬਾ। ਤੇ ਕਤੇਬਾ ਦਾ ਅਰਥ ਇਹ ਵੀ ਕੀਤਾ ਜਾਂਦਾ ਹੈ ਉਹ ਗ੍ਰੰਥ ਜਿਹੜੇ ਗ੍ਰੰਥ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਲਿਖੇ ਗਏ ਹੋਣ, ਬਾਹਰ ਉਹਨਾਂ ਦੀ ਖੋਜ ਕੀਤੀ ਹੋਵੇ। ਤੇ ਕਤੇਬ ਦੇ ਵਿੱਚ ਜੋ ਗ੍ਰੰਥ ਹੁੰਦੇ ਨੇ ਉਹ 4 ਮੁੱਖ ਤੌਰ ਤੇ ਆਉਂਦੇ ਨੇ, ਜਿਵੇਂ ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਇਹ 4 ਗ੍ਰੰਥ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੀ ਸੁਰਤ ਜਿੱਥੋਂ ਤੱਕ ਪਹੁੰਚੀ ਉਹਨਾਂ ਨੇ ਉੱਥੋਂ ਦਾ ਵਿਖਿਆਨ ਕੀਤਾ। ਉਹ ਗਲਤ ਨਹੀਂ ਕਹਿ ਰਹੇ, ਸਹੀ ਕਹਿ ਰਹੇ ਨੇ। ਜਿਨ੍ਹਾਂ ਦੀ ਜਿੱਥੋਂ ਤੱਕ ਪਹੁੰਚ ਆ ਉਹਨਾਂ ਨੇ ਉੱਥੋਂ ਦੀ ਗੱਲ ਕਰਨੀ ਹੈ ਜੀ। ਤੇ ਕਹਿੰਦੇ ਨੇ ਸਹਿਸ 18 ਹੈ ਕਹਿਨ ਕਤੇਬਾ ਅਸਲੂ ਇੱਕ ਧਾਤ। ਅਸਲੂ ਜੋ ਅਲਫਾਜ਼ ਹੈ ਇਹ ਅਲਫਾਜ਼ ਅਰਬੀ ਦਾ ਹੈ। ਅਰਬੀ ਦੀ ਬੋਲੀ ਦੇ ਵਿੱਚ ਅਸਲੂ ਦਾ ਅਰਥ ਹੁੰਦਾ ਹੈ ਐਸੀ ਸ਼ਖਸੀਅਤ ਜਿਹੜੀ ਸ਼ਖਸੀਅਤ ਮੁੱਢ ਤੋਂ ਹੋਵੇ, ਸਦਾ ਜਾਗਦੀ ਹੋਵੇ ਤੇ ਮੂਲ ਹੋਵੇ, ਉਸ ਨੂੰ ਕਹਿੰਦੇ ਨੇ ਅਸਲੂ। ਕਈ ਅਸੁੱਲੂ ਕਹਿੰਦੇ ਨੇ, ਅਸੀਂ ਇਸ ਦਾ ਉਚਾਰਨ ਅਸੁੱਲੂ ਨਹੀਂ ਕਰਨਾ, ਇਸ ਨੂੰ ਕਹਾਂਗੇ ਅਸਲੂ। ਸਹਿਸ 18 ਕਹਿਨ ਕਤੇਬਾ ਅਸਲੂ ਇੱਕ ਧਾਤ। ਕਹਿੰਦੇ ਨੇ 18,000 ਆਲਮ ਕਹਿੰਦੇ ਨੇ ਕਤੇਬ, ਪਰ ਅਸਲ ਵਿੱਚ ਕਹਿੰਦੇ ਨੇ ਭਾਵੇਂ ਲੱਖਾਂ ਨੇ ਤੇ ਭਾਵੇਂ ਹਜ਼ਾਰਾਂ ਨੇ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਤੇ ਸਾਰੀਆਂ ਹੀ ਚੀਜ਼ਾਂ ਦਾ ਭਾਵੇਂ 18,000 ਆਲਮ ਹਨ, ਲੋਕ ਹਨ, ਭਾਵੇਂ ਲੱਖਾਂ ਆਕਾਸ਼ ਹਨ, ਲੱਖਾਂ ਪਤਾਲ ਹਨ। ਮਹਾਰਾਜ ਜੀ ਕਿਤੇ ਵੀ ਇਹ ਨਹੀਂ ਡਿਕਲੇਅਰ ਕਰਦੇ ਪਏ ਕਿ ਹਾਂ ਬਸ ਲੱਖਾਂ ਹੀ ਨੇ, ਕਰੋੜਾਂ ਨਹੀਂ ਹੋ ਸਕਦੇ, ਕਰੋੜਾਂ ਹੀ ਨੇ, ਅਰਬਾਂ ਨਹੀਂ ਹੋ ਸਕਦੇ। ਮਹਾਰਾਜ ਜੀ ਜਦੋਂ ਇਹ ਸ਼ਬਦ ਕਹਿੰਦੇ ਨੇ ਅਨੇਕਾਂ ਹੀ ਨੇ, ਤੇ ਇਹਦਾ ਅਰਥ ਇਹ ਹੈ ਕਿ ਗਿਣਤੀ ਕੋਈ ਨਹੀਂ। ਤੇ ਸਾਰਿਆਂ ਦਾ ਮੁੱਢ ਕੌਣ ਹੈ? ਅਸਲੂ ਇੱਕ ਧਾਤ। ਸਿਰਫ ਇੱਕ ਅਕਾਲ ਪੁਰਖ ਹੀ ਸਾਰਿਆਂ ਦਾ ਮੁੱਢ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ, ਸਾਰਿਆਂ ਨੂੰ ਸਿਰਜਣ ਵਾਲਾ, ਸਾਰਿਆਂ ਨੂੰ ਨੇਸ ਤੋਂ ਨਬੂਦ ਕਰਨ ਵਾਲਾ, ਸਾਰਿਆਂ ਨੂੰ ਸ਼ਕਤੀ ਬਖਸ਼ਣ ਵਾਲਾ, ਸਾਰਿਆਂ ਨੂੰ ਚਲਾਏਮਾਨ ਕਰਨ ਵਾਲਾ। ਜੇ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਦਾ ਅਰਥ ਇਹ ਹੈ ਕਿ ਇਸ ਨੂੰ ਕੋਈ ਤੋਰਦਾ ਹੈ, ਇਸ ਨੂੰ ਕਿਸੇ ਨੇ ਸ਼ਕਤੀ ਦਿੱਤੀ ਹੈ, ਤਾਂ ਹੀ ਤੇ ਧਰਤੀ ਘੁੰਮਦੀ ਹੈ। ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਭਾਵੇਂ ਲੱਖਾਂ ਨੇ, ਭਾਵੇਂ ਹਜ਼ਾਰਾਂ ਨੇ, ਪਰ ਅਸੀਂ ਇਹ ਸਮਝੀਏ ਕਿ ਸਾਰਿਆਂ ਦਾ ਮੁੱਢ ਇੱਕ ਹੀ ਹੈ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਹਰ ਇੱਕ ਚੀਜ਼ ਦਾ ਲੇਖਾ ਹੋ ਸਕਦਾ ਹੈ, ਪਰ ਪਰਮੇਸ਼ਵਰ ਦਾ ਲੇਖਾ ਕਿਵੇਂ ਕੋਈ ਕਰੇ? ਕੁਦਰਤ ਦਾ ਲੇਖਾ ਕਿਵੇਂ ਕੋਈ ਕਰੇ? ਕਹਿੰਦੇ ਨੇ ਨਾ ਤੇ ਪਰਮੇਸ਼ਵਰ ਦਾ ਲੇਖਾ ਹੋ ਸਕਦਾ ਹੈ,
ਨਾ ਹੀ ਪਰਮੇਸ਼ਵਰ ਦੁਆਰਾ ਬਣਾਈ ਹੋਈ ਕਾਇਨਾਤ ਕੁਦਰਤ ਦਾ ਲੇਖਾ ਹੋ ਸਕਦਾ ਹੈ। ਤੇ ਜੇਕਰ ਕੋਈ ਲੇਖਾ ਕਰਨ ਦੀ ਕੋਸ਼ਿਸ਼ ਕਰੇਗਾ, ਲੇਖਾ ਖਤਮ ਹੋ ਜਾਏਗਾ, ਗਿਣਤੀ ਖਤਮ ਹੋ ਜਾਏਗੀ। ਕਿਸੇ ਪ੍ਰਕਾਰ ਦੀ ਗਿਣਤੀ ਸਾਹਮਣੇ ਆਵੇ ਜਿਹਨੂੰ ਪਲੱਸ ਕਰਕੇ ਮਾਈਨਸ ਕਰਕੇ ਅਸੀਂ ਕਹੀਏ ਕਿ ਪਰਮੇਸ਼ਵਰ ਦੇ ਇੰਨੇ ਕੁ ਕਰਮ ਨੇ ਚੰਗੇ, ਇੰਨੇ ਕੁ ਕਰਮ ਨੇ ਮਾੜੇ, ਇੱਥੋਂ ਕੁ ਤੱਕ ਅਸੀਂ ਪ੍ਰਾਪਤੀ ਕਰ ਲਈ ਹੈ। ਕਹਿੰਦੇ ਨੇ ਲੇਖਾ ਨਹੀਂ ਹੋ ਸਕਦਾ, ਸਾਰੀ ਗਿਣਤੀ ਮੁੱਕ ਜਾਏਗੀ, ਸਾਰੇ ਅੱਖਰ ਮੁੱਕ ਜਾਣਗੇ, ਸਾਡੀ ਸਿਆਣਪ ਮੁੱਕ ਜਾਏਗੀ, ਅਸੀਂ ਖੁਦ ਮੁੱਕ ਜਾਵਾਂਗੇ, ਪਰ ਪਰਮੇਸ਼ਵਰ ਦਾ ਕੋਈ ਵੀ ਲੇਖਾ ਨਹੀਂ ਕਰ ਸਕਦਾ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਇਸ ਕਰਕੇ ਨਾਨਕ ਵੱਡਾ ਆਖੀਐ, ਇਸ ਨੂੰ ਵੱਡਾ ਨਹੀਂ ਕਹਿਣਾ, ਵੱਡਾ ਕਹਾਂਗੇ ਢੱਡਾ ਬਣ ਜਾਏਗਾ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਮਹਾਰਾਜ ਜੀ ਕਹਿੰਦੇ ਨੇ ਜਿਸ ਪਰਮੇਸ਼ਵਰ ਨੇ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜਗਤ ਨੂੰ, ਸਾਰੇ ਖੰਡਾਂ ਬ੍ਰਹਿਮੰਡਾਂ, ਤਾਰੇ ਨਕਸ਼ਤਰ ਸਾਰਿਆਂ ਨੂੰ ਸਿਰਜਿਆ ਹੈ, ਉਹ ਪਰਮੇਸ਼ਵਰ ਸਭ ਤੋਂ ਵੱਡਾ ਹੈ। ਉਹ ਆਪਣੇ ਆਪ ਨੂੰ ਜਾਣਦਾ, ਉਹਦੀ ਵਡਿਆਈ ਉਹ ਹੀ ਜਾਣਦਾ। ਅਸੀਂ ਉਸ ਨੂੰ ਵੱਡਾ ਵੱਡਾ ਇਸ ਕਰਕੇ ਕਹਿਣਾ ਹੈ ਤਾਂ ਜੋ ਸਾਡੀ ਸੁਰਤ ਪਰਮੇਸ਼ਵਰ ਦੀ ਕਿਰਪਾ ਦੀ ਪਾਤਰ ਬਣ ਸਕੇ, ਅਸੀਂ ਉਹਦੇ ਵਿੱਚ ਲੀਨ ਹੋ ਸਕੀਏ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਵਰ ਦੀਆਂ ਜਿਤਨੀਆਂ ਵੀ ਵਡਿਆਈਆਂ ਹਨ ਅਸੀਂ ਉਹਨਾਂ ਦੀ ਸਿਫਤ ਸਲਾਹ ਕਰਨੀ ਹੈ, ਪਰ ਜਿੰਨੀ ਮਰਜ਼ੀ ਅਸੀਂ ਸਿਫਤ ਸਲਾਹ ਕਰੀ ਜਾਈਏ, ਜਿਵੇਂ ਮਰਜ਼ੀ ਪਰਮੇਸ਼ਵਰ ਨੂੰ ਕਹੀ ਜਾਈਏ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਜਿਤਨੀ ਮਰਜ਼ੀ ਸ਼ਲਾਘਾ ਕਰੀਏ, ਜਿਤਨੀ ਮਰਜ਼ੀ ਉਸਤਤ ਗਾਈਏ, ਅਸੀਂ ਉਸਤਤ ਗਾ ਗਾ ਕੇ, ਸਿਫਤ ਕਰ ਕਰਕੇ, ਸਿਮਰਨ ਕਰ ਕਰਕੇ ਅਸੀਂ ਇਹ ਖੋਜ ਵਿੱਚ ਨਹੀਂ ਤੁਰੇ ਕਿ ਰੱਬ ਕਿੰਨਾ ਕੁ ਵੱਡਾ ਹੈ। ਅਸੀਂ ਇਸ ਖੋਜ ਵਿੱਚ ਤੁਰੇ ਹਾਂ ਕਿ ਹੇ ਪ੍ਰਭੂ ਤੇਰੇ ਅੱਗੇ ਇੱਕ ਅਰਦਾਸ ਹੈ, ਤਰਲਾ ਹੈ, ਦਾਤਿਆ ਕਿਰਪਾ ਕਰ ਸਾਡੇ ਮਨ ਦੀ ਮੈਲ ਧੋ ਦੇ ਤੇ ਮਨ ਦੇ ਵਿੱਚ ਪਵਿੱਤਰਤਾ ਵਸਾ ਕੇ ਤੇ ਆਪ ਇਸ ਹਿਰਦੇ ਘਰ ਵਿੱਚ ਵਸ। ਮਾਲਕ ਜੀ ਤੁਸੀਂ ਕਿਰਪਾ ਕਰਕੇ ਸਾਨੂੰ ਆਪਣਾ ਰੂਪ ਬਖਸ਼ਿਸ਼ ਕਰੋ। ਅਸੀਂ ਤੁਹਾਡੀ ਸਿਫਤ ਸਲਾਹ ਇਸ ਕਰਕੇ ਨਹੀਂ ਕਰਦੇ ਪਏ ਕਿ ਅਸੀਂ ਤੁਹਾਡਾ ਅੰਤ ਜਾਣ ਸਕੀਏ, ਅੰਤ ਪਾ ਸਕੀਏ। ਕਹਿੰਦੇ ਨੇ ਇਸ ਕਰਕੇ ਅਸੀਂ ਸਿਫਤ ਸਲਾਹ ਕਰ ਕਰਕੇ ਪਰਮੇਸ਼ਵਰ ਦਾ ਰੂਪ ਹੋ ਸਕਦੇ ਹਾਂ, ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕਦੇ। ਨਦੀਆ ਅਤੈ ਵਾਹ ਪਵਹਿ ਸਮੁੰਦਰ ਨਾ ਜਾਣੀਐ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਪਰਮੇਸ਼ਵਰ ਜੀ ਇੱਕ ਸਮੁੰਦਰ ਦੀ ਤਰ੍ਹਾਂ ਹਨ, ਇੱਕ ਸਾਗਰ ਦੀ ਤਰ੍ਹਾਂ ਹਨ। ਤੇ ਅਸੀਂ ਸਾਰੇ ਇੱਥੇ ਅਲਫਾਜ਼ ਵਰਤੇ ਨਦੀਆਂ, ਇਸ ਨੂੰ ਨਦੀਆਂ ਨਹੀਂ ਕਹਿਣਾ, ਨਦੀਆ ਅਤੇ ਵਾਹ। ਵਾਹ ਦਾ ਅਰਥ ਹੁੰਦਾ ਹੈ ਵਾਹੜੇ। ਵਾਹੜੇ ਕਹਿੰਦੇ ਨੇ ਨਾਲਿਆਂ ਨੂੰ। ਨਾਲਿਆਂ ਦਾ ਅਰਥ ਜੋ ਥੋੜੀ ਮਾਤਰਾ ਦੇ ਵਿੱਚ ਜਲ ਦਾ ਪ੍ਰਵਾਹ ਹੁੰਦਾ ਹੈ। ਕਹਿੰਦੇ ਨੇ ਨਾਲੇ ਵਗਦੇ ਨੇ, ਫਿਰ ਨਾਲੇ ਇਕੱਠੇ ਹੋ ਕੇ ਨਦੀ ਦਾ ਰੂਪ ਧਾਰਨ ਕਰਦੇ ਨੇ ਤੇ ਫਿਰ ਅਨੇਕਾਂ ਨਾਲੇ ਨਦੀਆਂ ਵਿੱਚ ਮਿਲਦੇ ਹਨ। ਅਨੇਕਾਂ ਹੀ ਨਦੀਆਂ ਸਮੁੰਦਰ ਦੇ ਵਿੱਚ ਜਾ ਕੇ ਮਿਲਦੀਆਂ ਹਨ। ਕਦੀ ਸਮੁੰਦਰ ਦੇ ਵਿੱਚ ਮਿਲ ਕੇ ਕਿਸੇ ਨਦੀ ਨੇ ਇਹ ਨਹੀਂ ਆਖਿਆ ਕਿ ਮੈਂ ਸਮੁੰਦਰ ਦਾ ਅੰਤ ਪਾ ਲਿਆ ਹੈ, ਮੈਂ ਦੇਖਣ ਵਾਸਤੇ ਆਈ ਹਾਂ ਸਮੁੰਦਰ ਕਿਤਨਾ ਕੁ ਵੱਡਾ ਹੈ। ਕਹਿੰਦੇ ਨੇ ਕਿ ਐ ਨਦੀ ਤੂੰ ਕੀ ਅੰਤ ਪਾਏਗੀ, ਤੇਰੇ ਵਰਗੀਆਂ ਤੇ ਲੱਖਾਂ ਕਰੋੜਾਂ ਨਦੀਆਂ ਸਮੁੰਦਰ ਦੇ ਵਿੱਚੋਂ ਪੈਦਾ ਹੋ ਕੇ ਬੱਦਲਾਂ ਦਾ ਰੂਪ ਧਾਰ ਕੇ ਸਾਰੀ ਸ੍ਰਿਸ਼ਟੀ ਵਿੱਚ ਵਰ ਰਹੀਆਂ ਹਨ। ਕੁਝ ਨਦੀਆਂ ਅਸੀਂ ਦੇਖ ਸਕਦੇ ਹਾਂ, ਕੁਝ ਨਦੀਆਂ ਇਸ ਧਰਤੀ ਦੇ ਥੱਲੇ ਵਗ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਦੀ ਨਦੀਆਂ ਨਹੀਂ ਜਾਣ ਸਕਦੀਆਂ ਕਿ ਸਮੁੰਦਰ ਕਿਤਨਾ ਕੁ ਬੇਅੰਤ ਹੈ, ਤੇ ਜਿਸ ਵੇਲੇ ਨਦੀਆਂ ਸਮੁੰਦਰ ਵਿੱਚ ਸਮਾ ਜਾਣ ਤੇ ਫਿਰ ਵੱਖਰੀਆਂ ਨਹੀਂ ਕੀਤੀਆਂ ਜਾ ਸਕਦੀਆਂ। ਇਸ ਕਰਕੇ ਨਦੀਆਂ ਦੇ ਧਨ ਭਾਗ ਹਨ ਕਿ ਸਮੁੰਦਰ ਵਿੱਚ ਲੀਨ ਹੋ ਗਈਆਂ ਹਨ, ਤੇ ਸਾਡੇ ਵੀ ਧਨ ਭਾਗ ਹੋਣਗੇ ਜਿਸ ਵੇਲੇ ਅਸੀਂ ਪਰਮੇਸ਼ਵਰ ਸਾਗਰ ਦੇ ਵਿੱਚ ਲੀਨ ਹੋ ਜਾਵਾਂਗੇ। ਸਮੁੰਦ ਸਾਹ ਸੁਲਤਾਨ ਗਿਰਹਾ ਸਿਰਤੀ ਮਾਲ ਧਨ। ਮਹਾਰਾਜ ਜੀ ਸਾਡੇ ਮਨ ਦੇ ਵਿੱਚ ਸੰਤੋਖ ਦੀ ਬਿਰਤੀ ਲੈ ਕੇ ਆਉਂਦੇ ਨੇ। ਕਹਿੰਦੇ ਨੇ ਕਿ ਭਾਈ ਇੱਕ ਉਹ ਬੰਦਾ ਹੈ ਜਿਹਦੇ ਕੋਲ ਇਤਨੀ ਕੁ ਮਾਇਆ ਹੈ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਜਲ ਹੈ।
ਜਲ ਅਥਾਹ ਹੈ। ਜਲ ਦੀਆਂ ਬੂੰਦਾਂ ਦੀ ਗਿਣਤੀ ਕੋਈ ਨਹੀਂ ਜੋ ਸਾਗਰ ਵਿੱਚ ਹਨ। ਕਹਿੰਦੇ ਨੇ ਕਿ ਸਮੁੰਦਰਾਂ ਦੇ ਪਾਤਸ਼ਾਹ, ਸਮੁੰਦਰਾਂ ਦੇ ਮਾਲਕ ਤੇ ਜਿਹੜੇ ਸੁਲਤਾਨ ਨੇ, ਜੋ ਸਮੁੰਦਰਾਂ ਦੇ ਮਾਲਕ ਨੇ, ਜਿੰਨੇ ਵੱਡੇ ਪਹਾੜ ਨੇ, ਜਿਵੇਂ ਹਿਮਾਲਿਆ ਪਰਬਤ ਹੋਇਆ ਜਾਂ ਮਾਊਂਟ ਐਵਰੈਸਟ ਦੀ ਚੋਟੀ ਹੋਈ ਜਾਂ ਕੈਲਾਸ਼ ਪਰਬਤ ਹੋਇਆ, ਕਹਿੰਦੇ ਨੇ ਜਿੰਨੇ ਵੱਡੇ ਪਹਾੜ ਨੇ ਓਨੇ ਉਸ ਅਮੀਰ ਬੰਦੇ ਦੇ ਖਜ਼ਾਨੇ ਹੋਣ। ਜਿਵੇਂ ਪਹਾੜ ਦਿਸ ਰਹੇ ਨੇ, ਇਤਨੇ ਹੀਰਿਆਂ ਦੇ ਢੇਰ ਹੋਣ, ਇਤਨਾ ਸੋਨੇ ਦਾ ਢੇਰ ਹੋਵੇ। ਕੋਈ ਬੰਦਾ ਇੰਨਾ ਅਮੀਰ ਹੋਵੇ ਕਿ ਜਿੰਨਾ ਸਮੁੰਦਰ ਦੀ ਇੱਕ ਇੱਕ ਬੂੰਦ ਹੀਰੇ ਦੀ ਬਣ ਜਾਏ। ਇੰਨਾ ਅਮੀਰ ਹੋਵੇ ਕਿ ਜਿੰਨੇ ਪਹਾੜ ਨੇ ਸੋਨੇ ਦੇ ਬਣ ਜਾਣ, ਰਤਨ ਦੇ ਬਣ ਜਾਣ, ਲਾਲ ਦੇ ਬਣ ਜਾਣ। ਉਹ ਮਨੁੱਖ ਸਾਰਾ ਸੰਸਾਰ ਕਹੇਗਾ ਬੜਾ ਅਮੀਰ ਹੈ, ਬੜਾ ਅਮੀਰ ਹੈ। ਤੇ ਕਹਿੰਦੇ ਨੇ ਪਰਮੇਸ਼ਵਰ ਦੇ ਘਰ ਵਿੱਚ ਉਹ ਕਿਸ ਦੇ ਬਰਾਬਰ ਗਿਣਿਆ ਜਾਏਗਾ? ਆਓ ਸ਼ਰਵਣ ਕਰੀਏ। ਕੀੜੀ ਤੁਲ ਨ ਹੋਵਨੀ, ਜੇ ਤਿਸ ਮਨ ਹੋਣਾ ਵੀਸਰਹਿ। ਜੋ ਪਰਮੇਸ਼ਵਰ ਦੀ ਸਿਫਤ ਸਲਾਹ ਕਰਨ ਵਾਲੇ ਹਨ, ਉਹਨਾਂ ਦੀਆਂ ਨਿਗਾਹਾਂ ਦੇ ਵਿੱਚ ਭਾਵੇਂ ਕੋਈ ਇੰਨਾ ਅਮੀਰ ਹੋਵੇ, ਆਲੇ ਦਰਜੇ ਦਾ ਅਮੀਰ ਬੰਦਾ, ਬਾਦਸ਼ਾਹ ਬੰਦਾ, ਪਾਤਸ਼ਾਹਾਂ ਦਾ ਪਾਤਸ਼ਾਹ ਬੰਦਾ, ਉਹ ਇੱਕ ਕੀੜੀ ਦੇ ਬਰਾਬਰ ਹੈ। ਇੱਥੋਂ ਤੱਕ ਕਿ ਕੀੜੀ ਦੀ ਬਰਾਬਰਤਾ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੇ ਨਹੀਂ ਸਕਦੇ। ਕਿਉਂਕਿ ਕੀੜੀ ਨੂੰ ਹਮੇਸ਼ਾ ਹੀ ਪਰਮੇਸ਼ਵਰ ਯਾਦ ਰਹਿੰਦਾ ਹੈ। ਤੇ ਜੇਕਰ ਕੀੜੀ ਨੂੰ ਪਰਮੇਸ਼ਵਰ ਯਾਦ ਰਹਿੰਦਾ ਹੈ, ਉਹ ਕੀੜੀ ਧਨ ਹੈ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ, ਸਮੁੰਦਰ ਜੋ ਹੀਰਿਆਂ ਨਾਲ ਭਰ ਕੇ ਆਪਣੀ ਮਲਕੀਅਤ ਸਾਬਤ ਕਰੀ ਬੈਠਾ ਹੈ, ਉਹ ਤੁੱਛ ਹੈ। ਇੱਥੇ ਕੀੜੀ ਦਾ ਅਰਥ ਅਸੀਂ ਦੂਜਾ ਵੀ ਲੈ ਸਕਦੇ ਹਾਂ ਕਿ ਇੱਕ ਐਸਾ ਬੰਦਾ ਜਿਹਦੇ ਕੋਲ ਛਕਣ ਵਾਸਤੇ ਇੱਕ ਸਮੇਂ ਦਾ ਪ੍ਰਸ਼ਾਦਾ ਹੈ, ਸੁੱਕਾ ਪ੍ਰਸ਼ਾਦਾ ਹੈ, ਰਹਿਣ ਵਾਸਤੇ ਇੱਕ ਕੁੱਲੀ ਹੈ, ਝੁੱਗੀ ਹੈ, ਤੇ ਉਹਦੇ ਹਿਰਦੇ ਦੇ ਵਿੱਚ ਸਿਮਰਨ ਹੈ, ਤੇ ਉਹਦੀ ਬਰਾਬਰਤਾ ਕੋਈ ਦੁਨੀਆ ਦਾ ਬਾਦਸ਼ਾਹ ਨਹੀਂ ਕਰ ਸਕਦਾ, ਕੋਈ ਦੁਨੀਆ ਦਾ ਰਾਜਾ ਨਹੀਂ ਕਰ ਸਕਦਾ। ਕਿਉਂਕਿ ਪਰਮੇਸ਼ਵਰ ਦੇ ਘਰ ਵਿੱਚ ਉਹ ਝੁੱਗੀ ਵਿੱਚ ਰਹਿਣ ਵਾਲਾ ਬੰਦਾ, ਭਜਨ ਬੰਦਗੀ ਕਰਨ ਵਾਲਾ ਸਾਧੂ, ਫਕੀਰ, ਸੰਤ ਪ੍ਰਵਾਨ ਹੈ, ਪਰ ਬਾਦਸ਼ਾਹ ਪ੍ਰਵਾਨ ਨਹੀਂ। ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨਾ ਦੇਣ ਨ ਅੰਤ। ਇੱਥੇ ਆਪ ਜੀ ਨੇ ਸਭ ਤੋਂ ਪਹਿਲਾਂ ਧਿਆਨ ਦੇਣਾ, ਜੋ ਅਲਫਾਜ਼ ਨੇ ਉਹ ਹੈ ਅਣਾਣਾ, ਅਣਾਣਾ ਅਲਫਾਜ਼ ਹੈ। ਤੇ ਇਸ ਨੂੰ ਅਕਸਰ ਨੰਨੇ ਦੀ ਸੰਗਿਆ ਦੇ ਕੇ ਬੋਲਿਆ ਜਾਂਦਾ ਹੈ, ਇੰਜ ਨਹੀਂ ਬੋਲਣਾ। ਆਪਾਂ ਇਸ ਦੇ ਪ੍ਰਨਾਊਂਸ ਸਿਸਟਮ ਵੱਲ ਚੱਲੀਏ ਜੀ। ਕਿਵੇਂ ਪ੍ਰਨਾਊਂਸ ਕਰਨਾ ਹੈ? ਇਸ ਨੂੰ ਅੰਤ ਨਾ ਨਹੀਂ ਕਹਿਣਾ। ਜੇ ਅੰਤ ਨਾ ਕਹਾਂਗੇ ਨੰਨੇ ਨੂੰ ਕੰਨਾ ਲੱਗ ਜਾਏਗਾ। ਇਸ ਨੂੰ ਬੋਲਾਂਗੇ ਅੰਤ ਨਾ ਸਿਫਤੀ ਨਾ। ਇੱਕ ਹੁੰਦਾ ਹੈ ਨ, ਇੱਕ ਹੁੰਦਾ ਹੈ ਨਾ। ਅਸੀਂ ਭੋਲੇ ਪੰਚ, ਸਾਡੀ ਸੰਥਿਆ ਨਹੀਂ ਨਾ ਹੋਈ ਹੁੰਦੀ, ਤੇ ਅਸੀਂ ਭੋਲੇ ਪੰਚ ਉਵੇਂ ਹੀ ਮਹਾਰਾਜ ਨੂੰ ਯਾਦ ਕਰ ਲੈਂਦੇ ਹਾਂ। ਜੇਕਰ ਸੰਥਿਆ ਦਾ ਸਮਾਂ ਮਿਲੇ ਤਾਂ ਸਾਨੂੰ ਸੰਥਿਆ ਕਰ ਲੈਣੀ ਚਾਹੀਦੀ ਹੈ। ਭਾਵੇਂ ਅਸੀਂ ਇੱਕ ਇੱਕ ਅੰਗ ਹੀ ਸੰਥਿਆ ਰੋਜ਼ ਕਰੀਏ ਤੇ ਕਲਗੀਧਰ ਪਾਤਸ਼ਾਹੀ ਦਾ ਬਚਨ ਕਮਾਇਆ ਜਾਏਗਾ। ਮਹਾਰਾਜ ਜੀ ਨੇ 52 ਹੁਕਮਨਾਮਿਆਂ ਦੇ ਵਿੱਚ ਬਚਨ ਕੀਤਾ, ਗੁਰੂ ਕਾ ਸਿੱਖ ਗੁਰਬਾਣੀ ਦੀ ਸੰਥਿਆ ਜ਼ਰੂਰ ਕਰੇ। ਤੇ ਜਿਸ ਵੇਲੇ ਅਸੀਂ ਇੱਕ ਇੱਕ ਅੰਗ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਐਜ਼ ਏ ਸੰਥਿਆ ਅਸੀਂ ਪੜ੍ਹਾਂਗੇ, ਤੇ ਚਲੋ ਜੀ 4-5 ਸਾਲ ਤੱਕ ਸੰਥਿਆ ਹੋ ਜਾਏਗੀ। ਹੋਏਗੀ ਤੇ ਸਹੀ ਨਾ, ਹੋ ਤਾਂ ਜਾਏਗੀ। 4 ਸਾਲ ਦਾ ਸਮਾਂ ਲੱਗੇਗਾ, 4 ਨਹੀਂ ਤੇ 4.5 ਸਾਲ ਦਾ ਸਮਾਂ ਲੱਗੇਗਾ। ਵੈਸੇ ਵੀ ਸਾਡੀਆਂ ਵੇਖੋ ਉਮਰਾਂ ਕਿੰਨੀਆਂ ਕਿੰਨੀਆਂ ਬਤੀਤ ਹੋ ਗਈਆਂ, ਕਿਸੇ ਲੇਖੇ ਤੇ ਲੱਗੀਆਂ ਨਹੀਂ। ਘੱਟੋ ਘੱਟ ਅਸੀਂ ਇਹ ਤਾਂ ਕਹਾਂਗੇ, ਇਹ ਸੱਚੇ ਪਾਤਸ਼ਾਹ ਆਏ ਹਾਂ ਤੇਰੇ ਦਰ ਤੇ ਦਾਤਿਆ, ਹੋਰ ਤਾਂ ਕੋਈ ਬਚਨ ਕਮਾਇਆ ਨਹੀਂ ਗਿਆ, ਅਸੀਂ ਸੰਥਿਆ ਕਰ ਲਈ ਹੈ ਮਹਾਰਾਜ ਜੀ, ਸੰਥਿਆ ਕਰ ਲਈ ਹੈ। ਤੇ ਇਹਦਾ ਅਰਥ ਇਹ ਨਹੀਂ ਹੈ ਕਿ ਜੇਕਰ ਕਿਸੇ ਦੀ ਸੰਥਿਆ ਨਹੀਂ ਹੋਈ ਤੇ ਉਹ ਰੱਬ ਤੱਕ ਪਹੁੰਚ ਨਹੀਂ ਸਕਦਾ। ਪਹੁੰਚ ਸਕਦਾ ਹੈ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਮਹਾਰਾਜ ਜੀ ਕਹਿੰਦੇ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇੱਥੇ ਪੜ੍ਹੇ ਅਨਪੜ੍ਹੇ ਦੀ ਗੱਲ ਨਹੀਂ ਹੈ।
ਪਰ ਜੇ ਤੂੰ ਕਰ ਸਕਦਾ ਹੈ, ਜੇ ਤੂੰ ਪੜ੍ਹ ਸਕਦਾ ਹੈ, ਜੇ ਤੈਨੂੰ ਗੁਰੂ ਨਾਲ ਪਿਆਰ ਹੈ ਕਿ ਮੇਰੇ ਗੁਰੂ ਦਾ ਹੁਕਮ ਹੈ ਤੇ ਮੈਂ ਕਰਨਾ ਹੈ, ਤੇ ਤੂੰ ਕਰ। ਤੇ ਜੇ ਤੇਰੇ ਕੋਲ ਅਬਿਲਿਟੀ ਹੈ, ਤੇਰੇ ਕੋਲ ਤਾਕਤ ਹੈ, ਤੇ ਤੂੰ ਨਹੀਂ ਕਰਦਾ ਪਿਆ, ਤੇ ਤੈਨੂੰ ਫਿਰ ਅੱਗੇ ਜਾ ਕੇ ਜਵਾਬ ਦੇਣਾ ਪਏਗਾ। ਖੈਰ ਰਹੋ ਵਿਚਾਰ। ਮਹਾਰਾਜ ਜੀ ਫਰਮਾਉਂਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਇੱਥੇ ਕਹਿਣ ਕਹਿਣਾ ਹੈ, ਕਹਿਣ, ਇਹਨੂੰ ਕਹਿਣ ਨਹੀਂ ਕਹਿਣਾ। ਕਹਿਣ ਕਹਾਂਗੇ ਨੰਨਾ ਪੈ ਜਾਏਗਾ। ਇਹ ਹੈ ਕਹਿਣ, ਕਣਕ ਵਾਲਾ ਅਣਾਣ। ਕਹਿਣ ਨਾ ਅੰਤ। ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਗੁਣਾਂ ਦਾ ਕੋਈ ਹੱਦ ਬੰਨਾ ਨਹੀਂ ਹੈ। ਪਰਮੇਸ਼ਵਰ ਕਿੰਨਾ ਕੁ ਬੇਅੰਤ ਹੈ ਇਹ ਜੀ। ਅਸੀਂ ਕਹੀਏ ਕਿ ਕਿਤਨੇ ਕੁ ਗੁਣਾਂ ਤੋਂ ਬਾਅਦ ਪਰਮੇਸ਼ਵਰ ਦੇ ਗੁਣ ਸਮਾਪਤ ਹੋ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਨੇ ਕੋਈ ਅੰਤ ਨਹੀਂ ਹੈ। ਦੇਣ ਨਾ ਅੰਤ। ਸੱਚੇ ਪਾਤਸ਼ਾਹ ਜੀ ਹੁਣ ਸਾਨੂੰ ਕਹਿੰਦੇ ਨੇ ਤੂੰ ਲੈਣ ਵਾਲਾ ਬਣ। ਤੈਨੂੰ ਚਾਹੀਦਾ ਕੀ ਆ? ਦੱਸ ਮੇਰਿਆ ਬੱਚਿਆ, ਤੈਨੂੰ ਚਾਹੀਦਾ ਕੀ ਆ? ਮੈਂ ਤੈਨੂੰ ਦੇ ਦੇ ਕੇ ਕਦੀ ਥੱਕਾਂਗਾ ਨਹੀਂ। ਦਸ ਬੇਨਤੀ ਕਰੇ ਉੱਪਰ ਵਾਲੀ ਪੰਕਤੀ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਪਰਮੇਸ਼ਵਰ ਦੀ ਸਿਫਤ ਜਿੰਨੀ ਮਰਜ਼ੀ ਕਰ ਲਈਏ, ਸਿਫਤ ਦਾ ਅੰਤ ਨਹੀਂ ਹੈ। ਕਹਿਣ ਨਾ ਅੰਤ। ਉਹਦੀ ਵਿਆਖਿਆ ਕਰ ਲਈਏ, ਉਹਦੇ ਵਿਆਖਿਆ ਨੂੰ ਅਸੀਂ ਗਿਣਤੀ ਵਿੱਚ ਕਰ ਲਈਏ, ਉਹਦਾ ਵੀ ਅੰਤ ਨਹੀਂ। ਅੰਤ ਨਾ ਕਰਨਾ। ਪਰਮੇਸ਼ਵਰ ਨੇ ਕਿੱਥੇ ਕਿੱਥੇ ਕਿਹੜੀ ਕਿਹੜੀ ਰਚਨਾ ਰਚੀ, ਉਹਦਾ ਵੀ ਕੋਈ ਅੰਤ ਨਹੀਂ ਹੈ। ਅਸੀਂ ਸਾਰਾ ਨਹੀਂ ਜਾਣ ਸਕਦੇ। ਅਸੀਂ ਤਾਂ ਐਸੀ ਜ਼ਿੰਦਗੀ ਜਿਉਂਦੇ ਪਏ ਹਾਂ, ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ ਵਿਦੇਸ ਨਾ ਬੂਝ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਇੱਕ ਡੱਡੂ ਦੀ ਤਰ੍ਹਾਂ ਜ਼ਿੰਦਗੀ ਜਿਉਂਦੇ ਪਏ ਹਾਂ। ਜੋ ਡੱਡੂ ਕਹਿੰਦਾ ਹੈ ਕਿ ਸਮੁੰਦਰ ਇਹੀ ਹੁੰਦਾ ਹੈ ਜਿਹਦੇ ਵਿੱਚ ਮੈਂ ਰਹਿੰਦਾ ਹਾਂ, ਜਦ ਕਿ ਉਹ ਖੂਹ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਨਾ ਕਰਨਾ। ਇਸ ਨੂੰ ਕਰਨੇ ਨਹੀਂ ਕਹਿਣਾ, ਕਰਨਾ ਅਣਾਣਾ। ਅੰਤ ਨਾ ਕਰਨਾ, ਦੇਣ ਨਾ ਅੰਤ। ਕਹਿੰਦੇ ਨੇ ਕਿ ਤੂੰ ਪਰਮੇਸ਼ਵਰ ਦੇ ਕੋਲੋਂ ਤੂੰ ਦਾਤਾ ਮੰਗ। ਤੂੰ ਲੈਂਦਾ ਥੱਕ ਜਾਏਗਾ। ਤੇਰੀਆਂ ਅਰਦਾਸਾਂ, ਤੇਰੀ ਮੰਗ ਇਤਨੀ ਨਹੀਂ ਵੱਡੀ ਜਿੰਨਾ ਵੱਡਾ ਉਹ ਦਾਤਾ ਹੈ। ਤੂੰ ਮੰਗਣ ਵਾਲਾ ਬਣ, ਉਹ ਤਾਂ ਦੇਣ ਵਾਸਤੇ ਹੀ ਬੈਠਾ। ਤੂੰ ਭਜਨ ਬੰਦਗੀ ਕਰਕੇ ਜੋ ਮਰਜ਼ੀ ਮੰਗ ਲੈ, ਜੋ ਮਰਜ਼ੀ। ਮਹਾਰਾਜ ਜੀ ਕਹਿੰਦੇ ਨੇ ਅੰਤ ਨਹੀਂ ਹੋਏਗਾ ਕਦੀ ਕਿ ਪਰਮੇਸ਼ਵਰ ਕੋਲੋਂ ਇਹ 10-20 ਚੀਜ਼ਾਂ ਮੰਗੀਆਂ ਸੀ ਤੇ 21ਵੀਂ ਚੀਜ਼ ਮੰਗੀ ਤੇ ਰੱਬ ਦੀਆਂ ਬਾਹਾਂ ਖੜੀਆਂ ਹੋ ਗਈਆਂ। ਕਹਿੰਦੇ ਨੇ ਨਹੀਂ, ਤੂੰ ਮੰਗਣ ਦੇ ਯੋਗ ਹੋ। ਉਹ ਤਾਂ ਸਾਰੇ ਆਦਿ ਜੁਗਾਤ ਤੋਂ, ਜੁਗਾਂ ਜੁਗਾਂਤਰਾਂ ਤੋਂ ਉਹ ਦੇ ਦੇ ਕੇ ਕਦੀ ਥੱਕਿਆ ਨਹੀਂ, ਹੰਬਿਆ ਨਹੀਂ। ਮਨੁੱਖ ਹੀ ਹੰਬ ਜਾਂਦਾ ਹੈ। ਮਹਾਰਾਜ ਜੀ ਫਰਮਾਉਂਦੇ ਨੇ ਦੇਣ ਨਾ ਅੰਤ। ਨਾ ਤੇ ਉਹ ਦੇਣ ਵੇਲੇ ਇਹ ਕਹਿ ਦਿੰਦਾ ਹੈ ਕਿ ਹੁਣ ਬਸ ਮੇਰੇ ਕੋਲੋਂ ਸਾਰੀਆਂ ਦਾਤਾਂ ਮੁੱਕ ਗਈਆਂ ਨੇ, ਬਈ ਆਪਣੇ ਕੋਲ ਦਾਤਾਂ ਖਤਮ ਹੋ ਗਈਆਂ। ਕਦੀ ਪਰਮੇਸ਼ਵਰ ਮਨਾ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਨੇ ਉਹਦੇ ਦਾਤਾਂ ਦਾ ਅੰਤ ਨਹੀਂ ਅਸੀਂ ਪਾ ਸਕਦੇ ਕਿ ਉਹਦੇ ਦਾਤਾਂ ਕਿੱਥੇ ਕਿੱਥੇ ਕਿਹੜੇ ਕਿਹੜੇ ਰੂਪ ਦੇ ਵਿੱਚ ਬਿਰਾਜਮਾਨ ਹਨ ਤੇ ਸਾਨੂੰ ਬਿਨਾਂ ਮੰਗਿਆਂ ਹੀ ਦਾਤਾਂ ਦਿੰਦਾ ਹੈ। ਦੇਖੋ, ਅਸੀਂ ਜਨਮ ਲੈਣ ਤੋਂ ਬਾਅਦ ਅਸੀਂ ਕਿਤੇ ਐਪਲੀਕੇਸ਼ਨ ਲਿਖੀ, ਹੇ ਪਰਮੇਸ਼ਵਰ ਜੀ ਹਨੇਰਾ ਬਹੁਤ ਹੋ ਜਾਣਾ ਹੈ, ਬਿੱਲ ਬੜਾ ਆਉਂਦਾ ਹੈ, ਸੂਰਜ ਹੀ ਬਖਸ਼ ਦਿਓ ਸਾਰਾ ਦਿਨ ਵਾਸਤੇ, ਸਾਰੇ ਦਿਨ ਲਈ ਸੂਰਜ ਦੇ ਦਿਓ। ਪਰਮੇਸ਼ਵਰ ਨੇ ਫ੍ਰੀ 'ਚ ਦਿੱਤਾ। ਛੋਟਾ ਜਿਹਾ ਬਲਬ ਜਗਾਉਣਾ ਹੋਵੇ ਤੇ ਕਿੰਨਾ ਵੇਖੋ ਬਿੱਲ ਦੇਣਾ ਪੈਂਦਾ। ਇੱਥੇ ਫ੍ਰੀ ਸਾਰਾ ਕੁਛ ਅਸੀਂ ਹੰਢਾਈ ਜਾਂਦੇ ਹਾਂ। ਆ ਪਾਣੀ ਦੀ ਇੱਕ ਲੀਟਰ ਦੀ ਬੋਤਲ ਲੈਣੀ ਹੋਵੇ ਤੇ ਵੇਖੋ ਸਾਨੂੰ ਪੈਸੇ ਖਰਚਣੇ ਪੈਂਦੇ ਆ। ਤੇ ਪਰਮੇਸ਼ਵਰ ਵੇਖੋ, ਪਰਮੇਸ਼ਵਰ ਨੇ ਸਾਡੇ ਵਾਸਤੇ ਸਮੁੰਦਰ, ਦਰਿਆ, ਝੀਲਾਂ, ਨਦੀਆਂ, ਚਸ਼ਮੇ ਚਲਾਏ ਨੇ। ਧਰਤੀ ਦੇ ਵਿੱਚ ਪਾਣੀ ਸਾਡੇ ਵਾਸਤੇ ਰੱਖਿਆ, ਇਹਦੇ ਦਾਤਾ ਹੀ ਨੇ। ਮਹਾਰਾਜ ਜੀ ਕਹਿੰਦੇ ਨੇ ਕਿ ਤੂੰ ਕਿੰਨਾ ਕੁ ਪਾਣੀ ਪੀ ਲਏਗਾ, ਤੇਰੇ ਵਾਸਤੇ ਸਮੁੰਦਰ ਸਿਰਜਿਆ। ਤੂੰ ਪੀਣ ਵਾਲਾ ਬਣ, ਤੇ ਕੋ ਪੀਤਾ ਹੀ ਨਹੀਂ ਜਾਣਾ। ਤੂੰ ਕਿੰਨੀ ਕੁ ਸਬਜ਼ੀ ਖਾ ਲਏਗਾ, ਕਿੰਨੇ ਕੁ ਟਮਾਟਰ ਖਾ ਲਏਗਾ। ਉਸ ਦਾਤੇ ਨੇ ਤੇ ਐਸਾ ਕੁਝ ਸਿਰਜਿਆ ਕਿ ਤੂੰ ਭਾਵੇਂ ਸਾਰੇ ਯੁਗਾਂ ਦੇ ਵਿੱਚ ਬਾਰ-ਬਾਰ ਜਨਮ ਲੈ, ਉਹਦੀਆਂ ਦਾਤਾਂ ਕਦੀ ਘਟਣਗੀਆਂ ਨਹੀਂ।
ਤੇਰੇ ਜੀਵਨ ਦਾ ਘਾਟਾ ਹੋ ਜਾਏਗਾ, ਤੇਰਾ ਅੰਤ ਆ ਜਾਏਗਾ। ਪਰਮੇਸ਼ਵਰ ਨੇ ਸਾਨੂੰ ਸਭ ਕੁਝ ਸਾਨੂੰ ਬਿਨਾਂ ਮੰਗਿਆਂ ਹੀ ਦਿੱਤਾ। ਕਦੀ ਐਸਾ ਅਸੀਂ ਸੋਚਿਆ, ਇਮੈਜੀਨੇਸ਼ਨ ਕੀਤੀ ਹੈ ਜੀ, ਕਿ ਬੱਚਾ ਪੈਦਾ ਹੋਵੇ ਤੇ ਬੱਚਾ ਸਭ ਤੋਂ ਪਹਿਲਾਂ ਅਰਦਾਸ ਕਰੇ ਕਿ ਹੇ ਪ੍ਰਮਾਤਮਾ, ਤੈਨੂੰ ਤੇ ਪਤਾ ਹੀ ਹੈ ਕਿ ਮੇਰੇ ਦੰਦ ਨਹੀਂ ਨੇ, ਤੇ ਆਪਣੇ ਕੋਲੋਂ ਛੋਲੇ ਨਹੀਂ ਚੱਬੇ ਜਾਣੇ, ਆਪਣੇ ਕੋਲੋਂ ਮੱਕੀ ਦੇ ਦਾਣੇ ਨਹੀਂ ਖਾਧੇ ਜਾਣੇ, ਆਪਾਂ ਨੂੰ ਕੋਈ ਲਿਕੁਇਡ ਫਾਰਮ ਚਾਹੀਦੀ ਹੈ। ਤੇ ਲਿਕੁਇਡ ਫਾਰਮ ਐਸੀ ਚਾਹੀਦੀ ਆ ਕਿ ਅਸੀਂ ਜਾ ਕੇ ਰਸੋਈ ਦੇ ਵਿੱਚ ਅਸੀਂ ਆਪਣੇ ਹੱਥੀਂ ਚੁੱਲ੍ਹਾ ਨਹੀਂ ਬਾਲ ਸਕਦੇ। ਕਹਿਣ ਦਾ ਅਰਥ ਇਹ ਹੈ, ਪਰਮੇਸ਼ਵਰ ਜੀ ਨੂੰ ਸਾਰਾ ਹੀ ਪਤਾ ਹੈ, ਛੋਟਾ ਆ, ਬੱਚਾ ਆ, ਬੱਚੇ ਦੀ ਖੁਰਾਕ ਮਾਂ ਦੇ ਰਾਹੀਂ ਪੈਦਾ ਕੀਤੀ, ਤੇ ਖੁਰਾਕ ਜਿਸ ਵੇਲੇ ਪੈਦਾ ਕੀਤੀ ਮਾਂ ਨੇ ਗਲਵੱਕੜੀ ਪਾਈ ਤੇ ਉਸ ਬੱਚੇ ਨੂੰ ਖੁਰਾਕ ਦਿੰਦੀ ਪਈ ਹੈ। ਤੇ ਆਪ ਜੀ ਨੂੰ ਪਤਾ ਹੋਵੇਗਾ ਸਭ ਤੋਂ ਛੇਤੀ ਇਨਫੈਕਸ਼ਨ ਬੱਚੇ ਨੂੰ ਹੁੰਦੀ ਹੈ, ਜੋ ਛੋਟੇ ਬੱਚੇ ਹੁੰਦੇ ਨੇ, ਨਿਊ ਬੋਰਨ ਬੇਬੀ, ਟੋਡਲਰ ਪਰਸਨ, ਜਿੰਨੇ ਵੀ ਬੱਚੇ ਹੁੰਦੇ ਨਾ ਟੋਡਲਰ, ਉਹਨਾਂ ਨੂੰ ਇਨਫੈਕਸ਼ਨ ਸਭ ਤੋਂ ਛੇਤੀ ਹੁੰਦੀ ਆ। ਤੇ ਜੋ ਮਾਂ ਦਾ ਦੁੱਧ ਹੁੰਦਾ ਆ ਉਹ ਐਂਟੀ ਬੈਕਟੀਰੀਅਲ ਹੁੰਦਾ ਆ, ਐਂਟੀ ਇਨਫੈਕਸ਼ਨ ਹੁੰਦਾ ਆ, ਉਹਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਹੁੰਦੀ, ਕੋਈ ਇਨਫੈਕਸ਼ਨ ਟਿਕਦੀ ਨਹੀਂ ਮਾਂ ਦੇ ਦੁੱਧ ਵਿੱਚ, ਬਸ਼ਰਤੇ ਮਾਂ ਨੂੰ ਇਨਫੈਕਸ਼ਨ ਨਾ ਹੋਵੇ। ਐਂਟੀ ਫੰਗਸ ਹੁੰਦਾ ਆ, ਐਂਟੀ ਬੈਕਟੀਰੀਅਲ ਹੁੰਦਾ ਆ, ਬਹੁਤ ਸਾਰੇ ਐਸੇ ਗੁਣ ਜੋ ਮਾਂ ਦੇ ਦੁੱਧ ਵਿੱਚ ਪਰਮੇਸ਼ਵਰ ਜੀ ਨੇ ਟਿਕਾਏ। ਤੇ ਜੇ ਬੱਚਾ ਬਾਹਰ ਦੀ ਡਾਈਟ ਖਾਵੇ, ਉਹ ਬੱਚੇ ਆਉਣ ਵਾਲੇ ਸਮੇਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ। ਤੇ ਅਸੀਂ ਪਰਮੇਸ਼ਵਰ ਕੋਈ ਐਪਲੀਕੇਸ਼ਨ ਨਹੀਂ ਲਿਖੀ, ਸਾਨੂੰ ਇਹ ਦਈ, ਸਾਡੇ ਦੰਦ ਨਿਕਲਣੇ ਨੇ, ਬਾਅਦ 'ਚ ਸਾਨੂੰ ਤੂੰ ਖਾਣ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਾ ਦੀ। ਉਹ ਸਾਰਾ ਕੁਝ ਪਰਮੇਸ਼ਵਰ ਨੇ ਆਪੇ ਹੀ ਤਿਆਰ ਕੀਤਾ, ਸਾਡੇ ਕੋਲੋਂ ਬਿਨਾਂ ਪੁੱਛਿਆਂ ਬਿਨਾਂ ਮੰਗਿਆਂ ਤਿਆਰ ਕੀਤਾ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਭਾਈ ਉਹਨੇ ਦਾਤਾਂ ਜਿਸ ਵੇਲੇ ਸਿਰਜੀਆਂ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਤੈਨੂੰ ਹੁਣ ਕਿਹੜੀ ਦਾਤ ਚਾਹੀਦੀ, ਤੈਨੂੰ ਹੁਣ ਕਿਹੜੀ ਦਾਤ ਚਾਹੀਦੀ, ਉਹਨੂੰ ਸਾਰਾ ਹੀ ਪਤਾ ਹੈ ਕਿਸ ਵੇਲੇ ਕਿਸ ਸਮੇਂ ਤੈਨੂੰ ਕਿਹੜੀ ਦਾਤ ਚਾਹੀਦੀ ਆ। ਤੂੰ ਕਿਸ ਢੰਗ ਦੇ ਨਾਲ ਪਰਮੇਸ਼ਵਰ ਦੇ ਨੇੜੇ ਹੋ ਸਕਦਾ ਹੈ। ਪਰਮੇਸ਼ਵਰ ਉਹੋ ਜਿਹਾ ਸਮਾਂ ਤੇਰੇ ਸਾਹਮਣੇ ਆਣ ਲਿਆਉਂਦਾ, ਭਾਵੇਂ ਉਹ ਸਮਾਂ ਬਿਮਾਰੀ ਦਾ ਹੋਵੇ, ਭਾਵੇਂ ਉਹ ਸਮਾਂ ਦੁੱਖ ਤਕਲੀਫ ਦਾ ਹੋਵੇ, ਭਾਵੇਂ ਉਹ ਸਮਾਂ ਸਿਰ ਦੇ ਉੱਤੇ ਕਰਜ਼ੇ ਦਾ ਹੋਵੇ, ਭਾਵੇਂ ਉਹ ਸਮਾਂ ਗਰੀਬੀ ਦਾ ਹੋਵੇ। ਪਰਮੇਸ਼ਵਰ ਉਸ ਵੇਲੇ ਲੈ ਕੇ ਆਉਂਦਾ ਹੈ, ਫਿਰ ਮਨੁੱਖ ਦਾ ਹਿਰਦਾ ਜੁੜਦਾ ਹੈ ਕਿ ਹੇ ਪਰਮਾਤਮਾ, ਹੁਣ ਤੂੰ ਹੀ ਆ, ਹੁਣ ਤੂੰ ਹੀ ਬਚਾ ਸਕਦਾ, ਤੂੰ ਬਚਾ ਲਾ ਬਾਬਾ। ਵੈਸੇ ਤਾਂ ਤੈਨੂੰ ਅਸੀਂ ਯਾਦ ਨਹੀਂ ਸੀ ਕਰਨਾ, ਹੁਣ ਫਸ ਗਏ ਆ ਕਸੂਤੇ, ਹੁਣ ਤੂੰ ਸਾਨੂੰ ਬਚਾ ਲਾ। ਉਵੇਂ ਤੇ ਬਾਬੇ ਨੂੰ ਯਾਦ ਨਹੀਂ ਕਰਨਾ, ਤੇ ਬਾਬਾ ਬੜੀ ਕਿਰਪਾ ਕਰਦਾ ਆ, ਪਰਮੇਸ਼ਵਰ ਜੀ ਬੜੀ ਕਿਰਪਾ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਬੱਚੇ ਨੇ, ਤੇ ਬੱਚੇ ਉਸ ਵੇਲੇ ਦੌੜਦੇ ਦੌੜਦੇ ਮਾਂ ਬਾਪ ਕੋਲ ਆਉਣਗੇ ਜਿਸ ਵੇਲੇ ਇਹਨਾਂ ਨੂੰ ਕੋਈ ਦੁੱਖ ਤਕਲੀਫ ਹੋਏਗਾ। ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸੰਦੇਹ ਨਾ ਕਰ, ਉਹਦੇ ਕੋਲ ਦਾਤਾਂ ਬੇਅੰਤ ਨੇ, ਉਹ ਦਾਤਾਂ ਦਿੰਦਾ ਕਦੀ ਥੱਕੇਗਾ ਨਹੀਂ। ਉਹਦੀਆਂ ਦਾਤਾਂ ਦਾ, ਉਹਦੇ ਦੇਣ ਵਾਲੀਆਂ ਸਾਰੀਆਂ ਨਿਆਮਤਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਵੇਖਣ, ਨਾਣਾ ਅਣਾਣਾ, ਸੁਣਨ, ਇਹਨੂੰ ਕਹਿਣਾ ਹੈ ਸੁਣਨ, ਸੁਣਨ ਨਹੀਂ ਕਹਿਣਾ, ਸੁਣਨ। ਪ੍ਰੈਕਟਿਸ ਵਾਸਤੇ ਆਪ ਜੀ ਇਸ ਤਰ੍ਹਾਂ ਕਰ ਸਕਦੇ ਹੋ, ਸੁਣਨ ਜਾਂ ਸੋ ਵੱਖਰਾ ਕਰ ਦੋ, ਣਾ ਫਿਰ ਣਾ ਇਕੱਠਾ ਕਰਾਂਗੇ, ਸੁਣਨ ਨਾ ਅੰਤ। ਅਸੀਂ ਜੋ ਕੁਝ ਵੀ ਵੇਖਦੇ ਪਏ ਹਾਂ, ਜੋ ਕੁਝ ਵੀ ਸੁਣਦੇ ਪਏ ਹਾਂ, ਅਸੀਂ ਵੇਖ ਕੇ, ਅਸੀਂ ਸੁਣ ਕੇ ਵੀ ਪਰਮੇਸ਼ਵਰ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਅਸੀਂ ਵੇਖ ਕੇ ਇਹ ਨਹੀਂ ਕਹਿ ਸਕਦੇ ਅਸੀਂ ਸਾਰੇ ਖੰਡ, ਬ੍ਰਹਿਮੰਡ, ਪਤਾਲ, ਆਕਾਸ਼, ਸਾਰੀ ਸ੍ਰਿਸ਼ਟੀ, ਬਨਸਪਤੀ ਰੰਗ ਦੇਖ ਲਏ। ਉਹਦੇ ਰੰਗ ਬੇਅੰਤ ਨੇ, ਉਹਦੀ ਕਾਇਨਾਤ ਬੇਅੰਤ ਹੈ। ਤੇ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਸਾਰੇ ਪੰਛੀਆਂ ਦੀਆਂ ਆਵਾਜ਼ਾਂ ਸੁਣ ਲਈਆਂ, ਸਾਰੇ ਕੀੜੇ ਮਕੌੜਿਆਂ ਦੀਆਂ ਆਵਾਜ਼ਾਂ ਸੁਣ ਲਈਆਂ,
ਅਸੀਂ ਧਰਤੀ ਦੀ ਆਵਾਜ਼ ਸੁਣ ਲਈ। ਆਪ ਜੀ ਨੂੰ ਪਤਾ ਹੋਏਗਾ ਹਰ ਪਲੈਨਟ ਦੀ ਆਪਣੀ ਆਵਾਜ਼ ਹੈ, ਹਰ ਪਲੈਨਟ ਦਾ ਆਪਣਾ ਸਾਊਂਡ ਹੈ, ਹਰ ਨਕਸ਼ਤਰ ਦਾ ਆਪਣਾ ਔਰਾ ਹੈ। ਆਪ ਜੀ ਕਿਤੇ ਸਿਮਰਨ ਕਰਦੇ ਕਰਦੇ ਜਿਸ ਵੇਲੇ ਥੋੜ੍ਹੇ ਜਿਹੇ ਅੰਦਰੋਂ ਖਾਮੋਸ਼ ਹੁੰਦੇ ਹੋ ਤੇ ਅੰਦਰੋਂ ਐਸਾ ਮਿੱਠਾ ਸੰਗੀਤ ਸੁਣਦਾ, ਇੰਜ ਮਹਿਸੂਸ ਹੁੰਦਾ ਹੈ ਕਿ ਇੱਥੇ ਕੀਰਤਨ ਦਰਬਾਰ ਸੱਜਿਆ ਪਿਆ ਹੈ। ਤੰਤੀ ਸਾਜ਼ਾਂ ਦੇ ਨਾਲ ਇੱਥੇ ਬਹੁਤ ਮਿੱਠਾ ਕੀਰਤਨ ਦਰਬਾਰ ਹੁੰਦਾ ਪਿਆ। ਅੰਦਰੋਂ ਹੀ ਉਹ ਬਖਸ਼ਿਸ਼ਾਂ ਪ੍ਰਗਟ ਹੁੰਦੀਆਂ ਹਨ। ਮਹਾਰਾਜ ਜੀ ਕਹਿੰਦੇ ਨੇ ਕਿ ਤੂੰ ਸੁਣੀ ਜਾਏਗਾ, ਤੇਰੇ ਸੁਣਨ ਦੇ ਨਾਲ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਤੂੰ ਪਾ ਸਕਦਾ। ਤੇਰੇ ਕੰਨਾਂ ਦੇ ਵਿੱਚ ਇਤਨੀ ਅਸੀਮ ਸ਼ਕਤੀ ਨਹੀਂ ਕਿ ਤੂੰ ਸੁਣ ਸਕੇ। ਤੇਰੇ ਕੰਨ ਸੀਮਤ ਨੇ, ਤੇਰੇ ਨੇਤਰ ਸੀਮਤ ਨੇ, ਤੇਰੀ ਰਸਨਾ ਸੀਮਤ ਹੈ, ਤੇਰੇ ਕਰਮ ਇੰਦਰੇ ਗਿਆਨ ਇੰਦਰੇ ਇੱਕ ਸੀਮਾ ਵਿੱਚ ਹਨ ਤੇ ਪਰਮੇਸ਼ਵਰ ਅਸੀਮ ਹੈ। ਪਰਮੇਸ਼ਵਰ ਦੀ ਸ਼ਕਤੀ ਤੱਕ ਤੇਰਾ ਕੋਈ ਗਿਆਨ ਕਰਮ ਇੰਦਰਾ ਪਹੁੰਚ ਨਹੀਂ ਸਕਦਾ, ਤੇਰੇ ਖਿਆਲ ਨਹੀਂ ਪਹੁੰਚ ਸਕਦੇ। ਸਿਰਫ ਤੇਰੀ ਆਤਮਾ, ਤੇਰਾ ਆਪਾ ਪਰਮੇਸ਼ਵਰ ਤੱਕ ਪਹੁੰਚ ਕੇ ਲੀਨ ਹੋ ਸਕਦਾ ਹੈ, ਉਹਦੇ ਵਿੱਚ ਸਮਾ ਸਕਦਾ ਹੈ, ਉਹਦਾ ਰੂਪ ਹੋ ਸਕਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਮੈਂ ਤੇ ਰੂਪ ਹੋ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਹੁਣ ਕੋਈ ਪਛਾਣ ਹੀ ਨਹੀਂ ਸਕਦਾ ਕਬੀਰ ਕੋਈ ਹੋਰ ਆ ਕਿ ਰਾਮ ਕੋਈ ਹੋਰ ਆ, ਇੱਕ ਹੋ ਗਏ ਨੇ। ਰਾਮ ਕਬੀਰਾ ਭੇਦ ਨਾ ਭਾਈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਸਮੁੰਦਰ ਦੇ ਵਿੱਚ ਬੂੰਦ ਲੀਨ ਹੋ ਗਈ, ਲੱਭੋ ਕਿੱਥੇ ਗਈ ਬੂੰਦ? ਬੂੰਦ ਤਾਂ ਉਸੇ ਦਾ ਰੂਪ ਹੋ ਗਈ ਨਾ। ਅਸੀਂ ਸਾਰੇ ਬੂੰਦਾਂ ਆ। ਸਾਗਰ ਤੱਕ ਪਹੁੰਚਣ ਵਾਸਤੇ ਅਸੀਂ ਸਾਗਰ ਦੇ ਕੋਲ ਬੈਠੇ ਹਾਂ, ਮਹਾਰਾਜ ਜੀ ਦੀ ਬਾਣੀ ਦਾ ਦਰਸ਼ਨ ਕਰਦੇ ਹਾਂ। ਮਹਾਰਾਜ ਜੀ ਦੀ ਬਾਣੀ ਸਾਗਰ ਆ, ਸਮੁੰਦਰ ਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਵਰ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਜਾਪੈ ਕਿਆ ਮਨ ਮੰਤ। ਕਹਿੰਦੇ ਨੇ ਉਸ ਪਰਮੇਸ਼ਵਰ ਦੇ ਮਨ ਦੇ ਵਿੱਚ ਕਿਹੜੀ ਸਿਫਤ ਸਲਾਹ ਹੈ, ਇਸ ਗੱਲ ਦਾ ਵੀ ਕੋਈ ਪਾਰਲਾ ਬੰਨਾ ਨਹੀਂ ਪਾ ਸਕਦਾ, ਕੋਈ ਪਾਰਲਾ ਕੰਡਾ ਨਹੀਂ ਲੱਭ ਸਕਦਾ ਕਿ ਪਰਮੇਸ਼ਵਰ ਦੇ ਮਨ ਦੇ ਵਿੱਚ ਕਿਹਦੇ ਪ੍ਰਤੀ ਸਿਫਤ ਸਲਾਹ ਚੱਲਦੀ ਪਈ ਹੈ। ਅੰਤ ਨਾ ਜਾਪੈ ਕਿਆ ਮਨ ਮੰਤ। ਪਰਮੇਸ਼ਵਰ ਦੇ ਮਨ ਦੇ ਵਿੱਚ ਜੋ ਮੰਤ ਸ਼ਬਦ ਹੈ, ਮੰਤ ਦਾ ਅਰਥ ਹੈ ਮਨ ਦੇ ਅੰਦਰ ਹੋਣ ਵਾਲੀ ਉਲਾਸ ਦੀ ਕਿਰਿਆ। ਪਰਮੇਸ਼ਵਰ ਦੇ ਹਿਰਦੇ ਵਿੱਚ ਕੀ ਕੁਝ ਚੱਲਦਾ ਹੈ, ਕੀ ਪਰਮੇਸ਼ਵਰ ਸੋਚੀ ਜਾਂਦਾ ਹੈ, ਇਸ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕਈ ਐਸੇ ਰਿਸ਼ੀ ਮੁਨੀ ਹੋਏ ਹਨ ਜਿਨ੍ਹਾਂ ਨੇ ਆਖਿਆ ਕਿ ਲੱਭੀਏ ਤਾਂ ਸਹੀ ਕਿ ਪਰਮੇਸ਼ਵਰ ਕਿੱਥੋਂ ਕੁ ਤੱਕ ਆ। ਕਹਿੰਦੇ ਨੇ ਬ੍ਰਹਮਾ ਜੀ ਨੇ ਅੰਤ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਕਮਲ ਦੇ ਫੁੱਲ ਦੇ ਤਣੇ ਵਿੱਚ ਗਏ ਸੀ ਤੇ ਉਹ ਕਮਲ ਦੇ ਫੁੱਲ ਦੇ ਤਣੇ ਦੇ ਅੱਗੇ ਅੱਗੇ ਜਾਈ ਗਏ। ਅਖੀਰ ਤੇ ਕਹਿੰਦੇ ਨੇ ਕਿ ਕਈ ਜੋਗੀ ਬੀਤ ਗਏ ਤੇ ਜਿਸ ਵੇਲੇ ਬਾਹਰ ਆਏ ਕਹਿੰਦੇ ਇੱਕ ਕਮਲ ਦੇ ਫੁੱਲ ਦੇ ਤਣੇ ਦਾ ਨਹੀਂ ਅੰਤ ਲੱਭਾ। ਪਰਮੇਸ਼ਵਰ ਦਾ ਅੰਤ ਤੇ ਕੀ ਲੱਭਣਾ ਆ। ਇਸ ਕਰਕੇ ਪਰਮੇਸ਼ਵਰ ਪਾਰ ਬ੍ਰਹਮ ਬੇਅੰਤ ਹੈ, ਬੇਅੰਤ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ। ਜੋ ਪਰਮੇਸ਼ਵਰ ਜੀ ਨੇ ਸਾਰਾ ਸੰਸਾਰ ਸਿਰਜਿਆ ਹੈ, ਇਸ ਸਾਰੇ ਸੰਸਾਰ ਨੂੰ ਗਹਿਰਾਈ ਨਾਲ ਦੇਖੋਗੇ ਇਹਦਾ ਵੀ ਅੰਤ ਪਾਉਣਾ ਬੜਾ ਔਖਾ ਹੈ। ਵੇਖੋ ਹੈਰਾਨਗੀ ਦੀ ਗੱਲ ਹੈ, ਆਪ ਜੀ ਨੂੰ ਪਤਾ ਹੋਏਗਾ ਸਾਰੀ ਸ੍ਰਿਸ਼ਟੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਜਾਨਵਰ ਪਤਾ ਕੌਣ ਹੈ ਜੀ? ਸਭ ਤੋਂ ਸ਼ਕਤੀਸ਼ਾਲੀ ਜੀਵ ਕੌਣ ਹੈ? ਅਸੀਂ ਕਹਾਂਗੇ ਕਿ ਰੈਸਲਰ, ਅਸੀਂ ਕਹਾਂਗੇ ਹਾਥੀ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ ਸਭ ਤੋਂ ਤਾਕਤਵਰ ਕੀੜੀ ਹੈ। ਕੀੜੀ, ਧਰਤੀ ਦੇ ਉੱਤੇ ਰਿੰਗਣ ਵਾਲੀ ਕੀੜੀ, ਧਰਤੀ ਉੱਤੇ ਤੁਰਨ ਵਾਲੀ ਕੀੜੀ। ਤੇ ਅਸੀਂ ਕਹਾਂਗੇ ਕਿ ਧਰਤੀ ਉੱਤੇ ਤੁਰਨ ਵਾਲੀ ਕੀੜੀ ਉਹ ਕਿਵੇਂ ਸਭ ਤੋਂ ਵੱਧ ਤਾਕਤਵਰ ਹੋਈ? ਤਾਂ ਸਾਇੰਸ ਨੇ ਅੱਜ ਤੋਂ 12 ਸਾਲ ਪਹਿਲਾਂ ਇੱਕ ਪੁਸ਼ਟੀ ਕੀਤੀ ਸੀ, ਕੀੜੀ ਆਪਣੇ ਤੋਂ 100 ਗੁਣਾ ਵੱਧ ਭਾਰ ਚੁੱਕ ਸਕਦੀ ਹੈ। ਕੀੜੀ ਆਪਣੇ ਸਰੀਰ ਦੇ ਭਾਰ ਤੋਂ 100 ਗੁਣਾ ਵੱਧ ਭਾਰ ਚੁੱਕ ਸਕਦੀ ਹੈ। ਇਹ ਇੰਜ ਸਮਝ ਲਵੋ ਕਿ ਜੇਕਰ ਹਾਥੀ ਦਾ ਜਿੰਨਾ ਭਾਰ ਹੋਇਆ ਆਪਣੇ ਭਾਰ ਤੋਂ 100 ਗੁਣਾ ਵੱਧ ਭਾਰ ਚੁੱਕ ਸਕੇ, ਹਾਥੀ ਨਹੀਂ ਚੁੱਕ ਸਕਦਾ।
ਅਸੀਂ ਇੰਝ ਸਮਝ ਲਈਏ ਸੌਖੇ ਢੰਗ ਨਾਲ ਕਿ ਬੰਦੇ ਦਾ weight ਹੈ ਜੀ 80 ਕਿਲੋ, 100 ਗੁਣਾ ਭਾਰ ਚੁੱਕ ਲਵੇ 8000 ਕਿਲੋ, ਚੁੱਕ ਸਕਦਾ ਹੈ? ਨਹੀਂ ਚੁੱਕ ਸਕਦਾ। ਵੱਡੇ ਤੋਂ ਵੱਡਾ ਤਾਕਤਵਰ ਬੰਦਾ ਵੀ ਇੰਨਾ ਭਾਰ ਨਹੀਂ ਚੁੱਕ ਸਕਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪਰਮੇਸ਼ਵਰ ਜੀ ਨੇ ਆਕਾਰ ਸਿਰਜੇ ਨੇ, ਤੂੰ ਕੀੜੀ ਦੀ ਗੱਲ ਕਰ, ਤੂੰ ਤੇ ਕੀੜੀ ਨੂੰ ਵੇਖ ਕੇ ਹੈਰਾਨ ਹੋਵੇਂਗਾ, ਇਤਨੀ ਬਲਸ਼ਾਲੀ ਹੈ, ਆਪਣੇ ਭਾਰ ਤੋਂ 100 ਗੁਣਾ ਵੱਧ ਭਾਰ ਚੁੱਕੀ ਬੈਠੀ ਹੈ। ਕੀੜੀਆਂ ਕਿੰਨੀਆਂ ਮਿਲ ਕੇ ਰਹਿੰਦੀਆਂ ਨੇ, ਹਜ਼ਾਰਾਂ ਕੀੜੀਆਂ ਇੱਕੋ ਖੋਡੇ 'ਚ ਰਹਿੰਦੀਆਂ ਨੇ, ਆਪਸ 'ਚ ਲੜਦੀਆਂ ਨੇ। ਫਿਰ ਦੂਜੀ ਗੱਲ, ਇੱਕ ਕੀੜੀ ਨੂੰ ਪਤਾ ਲੱਗ ਜਾਏ ਕਿ ਕਿਤੇ ਖੰਡ ਪਈ ਹੈ, ਖੰਡ ਡੁੱਲੀ ਹੈ, ਘਿਓ ਡੁੱਲਿਆ ਹੈ, ਸ਼ੱਕਰ ਡੁੱਲੀ ਹੈ, ਤੇ ਇਹ ਨਹੀਂ ਕਹਿੰਦੀ ਕਿਸੇ ਨੂੰ ਪਤਾ ਨਾ ਲੱਗ ਜਾਏ, ਇਹ ਚੋਰੀ ਚੋਰੀ ਆਪਾਂ ਇਕੱਠਾ ਕਰੀਏ ਤੇ ਸਾਈਡ ਤੇ ਨਿਕਲੀਏ। ਇੱਕ ਕੀੜੀ ਪਤਾ ਕਰਦੀ ਹੈ, ਬਾਕੀ ਕੀੜੀਆਂ ਨੂੰ ਜਾ ਕੇ ਦੱਸਦੀ ਹੈ, ਭੈਣੋ ਉੱਥੇ ਜਾ ਕੇ ਘਿਓ ਡੁੱਲਿਆ ਜੇ, ਖੰਡ ਡੁੱਲੀ ਜੇ, ਉੱਥੇ ਜਾ ਕੇ ਸ਼ੱਕਰ ਡੁੱਲੀ ਹੈ, ਆਓ ਆਪਾਂ ਸਾਰੀਆਂ ਰਲ ਕੇ ਤੇ ਉਹ ਸਾਰਾ ਅੰਨ ਧਰਤੀ 'ਚ ਲੈ ਕੇ ਜਾਈਏ। ਬਰਸਾਤ ਦੇ ਮੌਸਮ ਦੇ ਵਿੱਚ ਫਿਰ ਬਾਹਰੋਂ ਸਾਨੂੰ ਮਿਲਣਾ ਕੱਖ ਨਹੀਂ। ਤੇ ਕੀੜੀਆਂ ਨੂੰ ਪਤਾ ਲੱਗ ਜਾਂਦਾ ਹੈ 3 ਮਹੀਨੇ ਪਹਿਲਾਂ ਕਿ ਬਰਸਾਤ ਆਉਣ ਵਾਲੀ ਹੈ। ਉਹ ਆਪਣਾ ਸਾਰਾ ਭੋਜਨ ਇਕੱਠਾ ਕਰਦੀਆਂ ਨੇ ਤੇ ਆਪਣੀ ਖੋਡੇ ਦੇ ਵਿੱਚ ਪਤਾਲ ਵਿੱਚ ਲੈ ਜਾਂਦੀਆਂ ਨੇ, ਮਿਲ ਕੇ ਰਹਿੰਦੀਆਂ ਨੇ, ਬਹੁਤ ਪਿਆਰ ਦੇ ਨਾਲ ਵੰਡ ਕੇ ਖਾਂਦੀਆਂ ਨੇ, ਵੰਡ ਕੇ ਛਕਦੀਆਂ ਨੇ। ਤੇ ਇੱਕ ਬੰਦਾ ਦੂਜੇ ਬੰਦੇ ਦੇ ਕੰਬਲ ਵਿੱਚ ਨਹੀਂ ਬਹਿ ਸਕਦਾ। ਇੱਕ ਭਰਾ ਜੇਕਰ ਦੂਜੇ ਭਰਾ ਦੇ ਘਰ ਵਿੱਚ ਰਹਿੰਦਾ ਹੈ ਤੇ ਉਹ ਘਰ ਬੜਾ ਭਾਗਾਂ ਵਾਲਾ ਹੈ। ਸਕੇ ਭਰਾ ਇੱਕ ਘਰ ਵਿੱਚ ਨਹੀਂ ਰਹਿ ਸਕਦੇ, ਬੜਾ ਮਾੜਾ ਹਾਲ ਹੋ ਗਿਆ। ਪਹਿਲਾਂ ਇੱਦਾਂ ਦਾ ਸਿਸਟਮ ਹੁੰਦਾ ਸੀ, ਦਾਸ ਨੇ ਦੇਖਿਆ ਜੀ, ਪਰਿਵਾਰ ਦੇ ਵਿੱਚ 30 ਜੀਅ ਹੋਣੇ ਤੇ 30 ਦੇ 30 ਜੀਅ ਆਪਸ 'ਚ ਇੰਨੇ ਪਿਆਰ ਦੇ ਨਾਲ ਰਹਿਣੇ, ਇੰਨੇ ਪਿਆਰ ਦੇ ਨਾਲ ਰਹਿਣੇ, ਪਤਾ ਹੀ ਨਾ ਲੱਗਣਾ ਕਿ ਜਿਹੜੇ ਬੱਚੇ ਨੇ ਕਿਹਦੇ ਬੱਚੇ ਨੇ। ਚਾਚੀਆਂ ਖਿਡਾਉਂਦੀਆਂ ਪਈਆਂ ਨੇ, ਤਾਈਆਂ ਖਿਡਾਉਂਦੀਆਂ ਪਈਆਂ ਨੇ, ਹੋਰ ਜਿੰਨੇ ਵੀ ਰਿਸ਼ਤੇਦਾਰ ਨੇ ਉਹ ਖਿਡਾਉਂਦੇ ਪਏ ਨੇ, ਆਂਢੀ ਗੁਆਂਢੀ ਇਕੱਠੇ ਹੋਏ ਪਏ ਨੇ, ਇੱਕੋ ਥਾਂ ਦੇ ਉੱਤੇ ਪ੍ਰਸ਼ਾਦੇ ਬਣਨੇ, ਬਾਕੀ ਸਾਰਿਆਂ ਨੇ ਬੈਠ ਕੇ ਛਕਣਾ। ਕਿੰਨਾ ਚੰਗਾ ਭਾਈਚਾਰਾ ਸੀ, ਬਹੁਤ ਵਧੀਆ ਉਹ ਸਮਾਂ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਹੁਣ ਸਵਾਰਥ ਵੱਧ ਗਏ, ਮਨ 'ਚ ਨਫ਼ਰਤ ਵੱਧ ਗਈ। ਕਿਉਂ ਵਧੀ? ਕਿਉਂਕਿ ਗੁਰੂ ਕੀ ਬਾਣੀ ਤੋਂ ਅਸੀਂ ਦੂਰ ਹੋ ਗਏ ਹਾਂ, ਤਾਂ ਵੱਧ ਗਈ। ਜਿਉਂ-ਜਿਉਂ ਅਸੀਂ ਗੁਰੂ ਕੇ ਸ਼ਬਦ ਦੇ ਨੇੜੇ ਜਾਂਦੇ ਹਾਂ, ਤਿਵੇਂ ਮਹਾਰਾਜ ਜੀ ਕਿਰਪਾ ਕਰਦੇ ਹਨ। ਮਹਾਰਾਜ ਜੀ ਕਹਿੰਦੇ ਨੇ, ਅੰਤ ਨਾ ਜਾਪੈ ਕੀਤਾ ਆਕਾਰ, ਪਰਮੇਸ਼ਵਰ ਦੇ ਸਿਰਜੇ ਹੋਏ ਆਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਪਰਮੇਸ਼ਵਰ ਦੀ ਤੇ ਗੱਲ ਛੱਡ, ਅੰਤ ਨਾ ਜਾਪੈ ਪਾਰਾਵਾਰ, ਪਰਮੇਸ਼ਵਰ ਦੇ ਸਿਰਜੇ ਹੋਏ ਸੰਸਾਰ ਦਾ ਵੀ ਪਾਰਲਾ ਕੰਢਾ ਨਹੀਂ ਪਾਇਆ ਜਾ ਸਕਦਾ। ਕੋਈ ਇੰਚੀ ਟੇਪ ਲੈ ਕੇ ਸਮੁੰਦਰ ਨੂੰ ਮਿਣਦਾ ਹੋਵੇ, ਕਿੰਨਾ ਕੁ ਚੌੜਾ ਆ, ਕਿੰਨਾ ਕੁ ਲੰਬਾ ਆ ਤੇ ਕਿੰਨਾ ਕੁ ਡੂੰਘਾ ਆ, ਐਸਾ ਇੰਚੀ ਟੇਪ ਅਜੇ ਤੱਕ ਮੇਰੇ ਹਿਸਾਬ ਨਾਲ ਬਣਿਆ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਕਿਹੜੇ ਚੱਕਰਾਂ 'ਚ ਪਿਆ ਆ, ਅੰਤ ਪਾਉਣ ਵਾਲੇ ਪਾਸੇ ਤੁਰ ਪਿਆ ਆ, ਤੂੰ ਆਪਣੇ ਪਾਪਾਂ ਦੇ ਅੰਤ ਵਾਲੇ ਪਾਸੇ ਤੁਰ ਤੇ ਗੁਰੂ ਗੁਰੂ ਕਰ। ਦਾਸ ਬੇਨਤੀ ਕਰੇ ਜੀ, ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਜੀਵਨ ਹੈ ਨਾ ਜੀ, ਅੱਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਤੇ ਗੁਰਮੁਖ ਪਿਆਰੇ ਕਹਿੰਦੇ ਨੇ ਕਿ ਪ੍ਰਕਾਸ਼ ਪੁਰਬ ਤੋਂ ਅਸੀਂ ਕੀ ਸੇਧ ਲਈਏ। ਤੇ ਦਾਸ ਨੇ ਬੇਨਤੀ ਕੀਤੀ ਚਰਨ ਫੜ ਕੇ ਗੁਰਮੁਖਾਂ ਦੇ, ਕਿ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਭਾਈ ਜੈਸਾ ਵੀ ਸਮਾਂ ਆਵੇ, ਮਨ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ। ਕਿਸ ਤਰ੍ਹਾਂ? ਆਸੇ ਪਾਸੇ 10 ਲੱਖ ਫੌਜ ਨੇ ਘੇਰਾ ਪਾਇਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿੰਘੋ ਨਿਤਨੇਮ ਦਾ ਸਮਾਂ ਹੋ ਗਿਆ, ਆਸਾ ਕੀ ਵਾਰ ਦਾ ਕੀਰਤਨ ਕਰੋ। ਆਸੇ ਪਾਸੇ ਸਾਰੇ ਅੱਲਾਹੂ ਅਕਬਰ ਦੇ ਨਾਅਰੇ ਬੁਲੰਦ ਕਰਦੇ ਪਏ ਨੇ ਤੇ ਮਹਾਰਾਜ ਜੀ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਨੇ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਹੈ ਕੋਈ ਅਜੇ ਤੱਕ ਸ੍ਰਿਸ਼ਟੀ ਤੇ ਐਸਾ ਦਾਤਾ ਆਇਆ? ਆਸੇ ਪਾਸੇ ਮੈਦਾਨੇ ਜੰਗ ਲੱਗਾ ਹੋਇਆ ਹੈ, ਤਲਵਾਰਾਂ ਲਿਸ਼ਕਦੀਆਂ ਪਈਆਂ ਨੇ, ਤੋਪਾਂ ਤਣੀਆਂ ਨੇ, ਨੇਜੇ ਲਿਸ਼ਕਦੇ ਪਏ ਨੇ, ਯੋਧੇ ਸੂਰਮੇ ਬਾਹਰ ਖੜੇ ਨੇ ਲੋਹਾ ਲੈਣ ਵਾਸਤੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿੰਘੋ ਸਿੱਖ ਅੰਤਲੇ ਸਵਾਸਾਂ ਤੱਕ ਆਪਣਾ ਨਿਤਨੇਮ ਨਾ ਛੱਡੇ। ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਮਹਾਰਾਜ ਜੀ ਨੇ ਆਖਿਆ ਨਿਤਨੇਮ ਕਰੋ, ਨਿਤਨੇਮ ਕੀਤਾ। ਤੇ
ਪੁੱਛਿਆ ਸੱਚੇ ਪਾਤਸ਼ਾਹ ਵੀ ਐਸੇ ਸਮੇਂ ਵਿੱਚ ਨਿਤਨੇਮ, ਮਹਾਰਾਜ ਜੀ ਕਹਿੰਦੇ ਨੇ ਐਸੇ ਸਮੇਂ ਵਿੱਚ ਹੀ ਤੇ ਪਤਾ ਲੱਗਦਾ ਹੈ ਕਿ ਅਸੀਂ ਗੁਰੂ ਨਾਨਕ ਦਾ ਹੁਕਮ ਕਿਤਨਾ ਕੁ ਮੰਨਦੇ ਹਾਂ। ਸਿੱਖ ਨਿਤਨੇਮ ਨਾ ਛੱਡੇ, ਬਿਲਕੁਲ ਨਾ ਛੱਡੇ। ਹੁਣ ਦੇਖੋ ਅੱਗੋਂ ਸਰਸਾ ਨਦੀ ਚੜੀ, ਪਿੱਛੋਂ ਟਿੱਡੀ ਦਲ ਚੜਿਆ, ਦੁਸ਼ਮਣ ਚੜਿਆ, ਉੱਤੋਂ ਬੱਦਲ ਚੜਿਆ, ਮੀਂਹ ਕਣੀ ਪੈਂਦੀ ਪਈ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੱਢੋ ਤਾਊਸ, ਕੱਢੋ ਦਿਲਰੂਬਾ, ਤੰਤੀ ਸਾਜ ਕੱਢੋ, ਆਸਾ ਕੀ ਵਾਰ ਦਾ ਕੀਰਤਨ ਕਰੋ। ਸੱਚੇ ਪਾਤਸ਼ਾਹ ਪਿੱਛੇ ਦੁਸ਼ਮਣ ਹੱਲਾ ਬੋਲਣ ਵਾਸਤੇ ਤੁਰਿਆ ਆ ਰਿਹਾ ਹੈ ਤੇ ਮਹਾਰਾਜ ਜੀ ਜੇਕਰ ਅਸੀਂ ਹੁਣ ਕੀਰਤਨ ਕਰਨ ਵਾਸਤੇ ਬੈਠੇ ਤੇ ਇੱਥੇ ਤੇ ਅਸੀਂ ਬਹੁਤ ਸਾਰੀਆਂ ਜਾਨਾਂ ਗਵਾ ਲਵਾਂਗੇ, ਸਾਡਾ ਜਾਨੀ ਮਾਲੀ ਨੁਕਸਾਨ ਬਹੁਤ ਹੋਣਾ। ਮਹਾਰਾਜ ਜੀ ਨੇ ਬਚਨ ਕੀਤਾ ਵੱਧ ਤੋਂ ਵੱਧ ਕੀ ਹੋ ਜਾਏਗਾ? ਮਹਾਰਾਜ ਜੀ ਸਿੱਖ ਸੰਗਤ ਸ਼ਹੀਦ ਹੋ ਜਾਏਗੀ। ਮਹਾਰਾਜ ਜੀ ਕਹਿੰਦੇ ਨੇ ਜੇਕਰ ਕੀਰਤਨ ਕਰਦਿਆਂ ਕਰਦਿਆਂ, ਜੇ ਬਾਣੀ ਪੜ੍ਹਦਿਆਂ ਪੜ੍ਹਦਿਆਂ, ਜੇ ਨਿਤਨੇਮ ਗੁਰੂ ਕਾ ਹੁਕਮ ਕਮਾਉਂਦਿਆਂ ਕਮਾਉਂਦਿਆਂ ਸਿੱਖ ਨੂੰ ਮੌਤ ਆ ਜਾਏ ਤੇ ਸਿੱਖ ਨੂੰ ਇਸ ਤੋਂ ਵੱਡੀ ਦਾਤ ਚਾਹੀਦੀ ਕਿਹੜੀ ਹੈ? ਜੇਕਰ ਰਸਨਾ ਤੋਂ ਗੁਰੂ ਕੀ ਬਾਣੀ ਦਾ ਜਾਪ ਹੋਵੇ ਤੇ ਉਸੇ ਵੇਲੇ ਤਲਵਾਰ ਚੱਲੇ ਤੇ ਧੜ ਤੋਂ ਸਿਰ ਨੂੰ ਅਲੱਗਾ ਕਰ ਦੇਵੇ, ਅਲੱਗ ਕਰ ਦੇਵੇ, ਹੋਰ ਦੱਸੋ ਸਿੱਖ ਨੂੰ ਕਿਹੜੀ ਬਖਸ਼ਿਸ਼ ਚਾਹੀਦੀ ਹੈ? ਇਹ ਬਖਸ਼ਿਸ਼ ਹੈ। ਇੱਕ ਪਾਸੇ ਤਲਵਾਰਾਂ ਦੀਆਂ ਟਣਕਾਰਾਂ ਗੂੰਜਦੀਆਂ ਪਈਆਂ ਨੇ, ਦੂਜੇ ਪਾਸੇ ਮਹਾਰਾਜ ਜੀ ਕਹਿ ਰਹੇ ਨੇ ਹਉ ਪੰਥ ਦਸਾਵਾ ਨਿਤ ਖੜੀ ਮੁੰਦ ਜੋਬਨ ਵਾਲੀ ਰਾਮ ਰਾਜੇ। ਮਹਾਰਾਜ ਜੀ ਕਹਿ ਰਹੇ ਨੇ ਗੁਰਸਿੱਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁਨੇ ਰਾਮ ਰਾਜੇ। ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਇਹ ਪੂਰਨੇ ਪਾ ਕੇ ਗਏ, ਭਾਵੇਂ ਕੈਸਾ ਵੀ ਸਮਾਂ ਆ ਜਾਏ ਗੁਰਸਿੱਖ ਨਿਤਨੇਮ ਨਾ ਛੱਡੇ, ਗੁਰਸਿੱਖ ਚੜ੍ਹਦੀ ਕਲਾ ਦੇ ਵਿੱਚ ਰਵੇ। ਇਹ ਪ੍ਰਕਾਸ਼ ਪੁਰਬ, ਸ਼ਹੀਦੀ ਪੁਰਬ ਸਾਨੂੰ ਇਹੀ ਦੱਸਦੇ ਨੇ। ਕੀ ਦੱਸਦੇ ਨੇ? ਮਹਾਰਾਜ ਜੀ ਕਹਿੰਦੇ ਨੇ ਉਹ ਦੇਖ ਮੈਂ ਮਾਛੀਵਾੜੇ ਦੇ ਵਿੱਚ ਕੀ ਕਰਦਾ ਪਿਆ ਹਾਂ, ਮੈਂ ਕੋਈ ਉਲਾਮੇ ਦਿੰਦਾ ਪਿਆ ਹਾਂ ਕਿ ਰੱਬਾ ਤੇਰਾ ਬੇੜਾ ਗਰਕ ਹੋ ਜੇ, ਤੂੰ ਮੇਰਾ ਆਨੰਦਪੁਰ ਖੋਹ ਲਿਆ ਈ, ਤੂੰ ਮੇਰਾ ਪਿਤਾ ਪਹਿਲਾਂ ਹੀ ਖੋਹ ਲਿਆ ਸੀ, ਰੱਬਾ ਤੇਰਾ ਰਹੇ ਕੱਖ ਨਾ। ਸੱਚੇ ਪਾਤਸ਼ਾਹ ਉਲਾਮੇ ਦੇ ਰਹੇ ਨੇ। ਮਹਾਰਾਜ ਜੀ ਪਿਆਰ ਦੇ ਗੀਤ ਗਾ ਰਹੇ ਨੇ। ਮਹਾਰਾਜ ਜੀ ਆਪਣੀ ਰਸਨਾ ਤੋਂ ਬਚਨ ਕਰ ਰਹੇ ਨੇ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਭੂ ਤੇਰੀ ਯਾਦ ਤੋਂ ਬਿਨਾਂ ਉੱਤੇ ਰਜਾਈ ਲੈਣੀ ਇਸ ਤਰ੍ਹਾਂ ਹੈ ਜਿਵੇਂ ਸੱਪਾਂ ਨੂੰ ਆਪਣੇ ਉੱਤੇ ਲੈਣਾ। ਇਹ ਸ਼ਬਦ ਫਿਰ ਕਿਸੇ ਦਿਨ ਅਸੀਂ ਵਿਚਾਰਾਂਗੇ। ਇਹ ਸ਼ਬਦ ਕਿਤੇ ਅਸੀਂ ਧਿਆਨ ਨਾਲ ਵਾਚੀਏ ਤਾਂ ਸਾਨੂੰ ਆਪਣੇ ਆਪ 'ਚ ਸ਼ਰਮਿੰਦਗੀ ਹੋਏਗੀ ਕਿ ਸਾਡਾ ਗੁਰੂ ਟਿੰਡ ਦਾ ਸਰਾਣਾ ਲਾ ਕੇ ਜਾਮਾ ਲੀਰੋ ਲੀਰ ਹੋਇਆ ਪਿਆ ਹੈ, ਸਰੀਰ ਉੱਤੇ ਜ਼ਖਮ ਹੋਏ ਪਏ ਨੇ, ਪੈਰਾਂ ਵਿੱਚ ਜੋੜਾ ਨਹੀਂ ਹੈ, ਪੈਰਾਂ ਵਿੱਚ ਕੰਡੇ ਚੁਭੇ ਨੇ, ਭਖੜਾ ਚੁਭਿਆ ਹੈ, ਪੈਰਾਂ ਵਿੱਚ ਜ਼ਖਮ ਹੋਏ ਨੇ, ਮਹਾਰਾਜ ਜੀ ਦੇ ਚਰਨਾਂ 'ਚ ਖੂਨ ਵਗਦਾ ਪਿਆ ਹੈ। ਹੁਣ ਮਿਆਨ ਵੀ ਨਹੀਂ ਹੈ। ਮਹਾਰਾਜ ਜੀ ਨੇ ਜੋ ਹੱਥ ਦੇ ਵਿੱਚ ਤਲਵਾਰ ਫੜੀ ਹੈ ਉਹ ਵੀ ਬੇਮਿਆਨ ਹੈ। ਤੇ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਦੇ ਵਿੱਚ ਪਰਮੇਸ਼ਵਰ ਜੀ ਦੀ ਸਿਫਤ ਸਲਾਹ ਕਰਦੇ ਪਏ ਹਨ ਤੇ ਸਾਨੂੰ ਇਹੀ ਦੱਸਿਆ ਥੋੜ੍ਹਾ ਜਿਹਾ ਤੈਨੂੰ ਦੁੱਖ ਆਵੇ ਤੂੰ ਉਸੇ ਵੇਲੇ ਆਪਣਾ ਸਾਹ ਸੱਤ ਛੱਡ ਦਿੰਦਾ, ਮੇਰੇ ਵੱਲ ਦੇਖ ਲਿਆ ਕਰ। ਮੈਂ ਤਾਂ ਕਦੀ ਵੀ ਪਰਮੇਸ਼ਵਰ ਨੂੰ ਉਲਾਮਾ ਨਹੀਂ ਦਿੱਤਾ, ਮੈਂ ਤੇ ਹਰ ਵੇਲੇ ਪਰਮੇਸ਼ਵਰ ਜੀ ਨੂੰ ਇਹੀ ਕਿਹਾ। ਅਸੀਂ ਜ਼ਫਰਨਾਮੇ 'ਚ ਪੜ੍ਹਦੇ ਹਾਂ ਨਾ ਜੀ, ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ। ਹੇ ਮੇਰੇ ਮਾਲਕ ਜੀ ਆਪ ਜੀ ਕਿਰਪਾ ਕਰੋ, ਮੈਨੂੰ ਆਪਣੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੀ ਦਾਤ ਬਖਸ਼ਿਸ਼ ਕਰੋ। ਤੇ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਦਾਸ ਕੁਝ ਕੁ ਪੰਛੀ ਝਾਤ ਵਾਲੇ ਪਹਿਲੂ ਅਰਜ਼ ਕਰੇ ਜੀ। ਸਮਾਂ ਤਕਰੀਬਨ ਹੋ ਗਿਆ, ਆਪਾਂ ਇਸ ਪੌੜੀ ਦੀ ਸਮਾਪਤੀ ਵੀ ਕਰਨੀ ਹੈ। ਕਲਗੀਧਰ ਪਾਤਸ਼ਾਹ ਜੀ ਦਾ ਜਿਸ ਵੇਲੇ ਸ੍ਰਿਸ਼ਟੀ ਦੇ ਉੱਤੇ ਆਗਮਨ ਹੋਣਾ ਸੀ, ਕਹਿੰਦੇ ਨੇ 6ਵੇਂ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ ਸੀ ਮਾਤ ਨਾਨਕੀ ਜੀ ਨੂੰ। ਜਿਸ ਵੇਲੇ ਮਾਤ ਨਾਨਕੀ ਜੀ ਨੇ ਬਚਨ ਕੀਤਾ ਕਿ ਮੈਨੂੰ ਤਾਂ ਤੇਗ ਬਹਾਦਰ ਦੀ ਫਿਕਰ ਹੈ, ਨਾ ਇਹ ਕਿਸੇ ਨਾਲ ਗੱਲਬਾਤ ਕਰਦਾ, ਨਾ ਮਸੰਦਾਂ ਦੇ ਕੋਲ ਬਹਿੰਦਾ,
ਨਾ ਵਿਦਵਾਨਾਂ ਦੇ ਵਿੱਚ ਚਰਚਾ ਕਰਦਾ, ਨਾ ਗਿਆਨਵਾਨਾਂ ਕੋਲੋਂ ਗਿਆਨ ਲੈਂਦਾ। ਇਹ ਤਾਂ ਚੌਂਕੜਾ ਮਾਰ ਕੇ, ਨੇਤਰ ਮੂੰਦ ਕੇ ਕਿਸੇ ਗੰਭੀਰ ਅਵਸਥਾ ਦੇ ਵਿੱਚ ਸਿਮਰਨ ਵਿੱਚ ਰਹਿੰਦਾ ਹੈ। ਨੇਤਰਾਂ ਦੇ ਵਿੱਚੋਂ ਚਸ਼ਮੇ ਫੁੱਟਦੇ ਨੇ, ਨੈਣਾਂ ਦੀਆਂ ਨਦੀਆਂ ਵਹਿ ਤੁਰਦੀਆਂ ਨੇ। ਮੈਨੂੰ ਫਿਕਰ ਹੋ ਜਾਂਦਾ ਹੈ, ਇੰਨਾ ਬੈਰਾਗ ਵਿੱਚ ਆਉਂਦਾ ਕਿਤੇ ਇਹਦੀਆਂ ਅੱਖਾਂ 'ਚ ਨੁਕਸੀ ਨਾ ਪੈ ਜਾਏ। ਕੀ ਕਰੇਗਾ ਇਹ ਆਉਣ ਵਾਲੇ ਸਮੇਂ ਵਿੱਚ? ਮੈਨੂੰ ਤਾਂ ਬੜਾ ਫਿਕਰ ਹੈ। ਤੇ ਤੁਸੀਂ ਸਾਨੂੰ ਹੁਕਮ ਕੀਤਾ ਕਿ ਬਕਾਲੇ ਆ ਜਾਓ। ਤੇ ਆਪ ਜੀ ਨੂੰ ਪਤਾ ਹੋਏਗਾ, ਮਾਤ ਨਾਨਕੀ ਜੀ ਦਾ ਜੋ ਪੇਕਾ ਘਰ ਹੈ, ਉਹ ਜਿਸ ਨੂੰ ਅਸੀਂ ਅੱਜ ਬਾਬਾ ਬਕਾਲਾ ਸਾਹਿਬ ਕਹਿੰਦੇ ਹਾਂ ਨਾ, ਉਸ ਵੇਲੇ ਬਕਾਲਾ ਸ਼ਬਦ ਸੀ ਪ੍ਰਚਲਿਤ। ਬਾਬਾ ਬਕਾਲਾ ਸਾਹਿਬ ਇਹ ਮਾਤ ਨਾਨਕੀ ਜੀ ਦਾ ਪੇਕਾ ਘਰ ਸੀ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਨਕੇ ਸੀ। ਤੇ ਉਸ ਵੇਲੇ 6ਵੇਂ ਪਾਤਸ਼ਾਹ ਨੇ ਵਚਨ ਕੀਤਾ ਕਿ ਹੇ ਨਾਨਕੀ, ਤੂੰ ਕਹਿੰਦੀ ਹੈ ਕਿ ਇਹ ਤੇਰਾ ਪੁੱਤਰ ਕੀ ਕਰੇਗਾ, ਤੇਗ ਬਹਾਦਰ ਕੀ ਕਰੇਗਾ? ਇਹ ਐਸੀ ਖੇਡ ਰਚਾਏਗਾ, ਐਸਾ ਕਰਮ ਕਰੇਗਾ ਜੋ ਅਜੇ ਤੱਕ ਨਾ ਕਿਸੇ ਨੇ ਕੀਤਾ ਹੋਏਗਾ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਕੋਈ ਕਰੇਗਾ। ਇਹ ਲੱਖਾਂ ਦੀ ਇੱਜ਼ਤ ਪੱਤ ਢੱਕੇਗਾ, ਇਹ ਲੱਖਾਂ ਰੋਂਦਿਆਂ ਹੋਇਆਂ ਨੂੰ ਹਾਸਾ ਬਖਸ਼ੇਗਾ, ਇਹ ਲੱਖਾਂ ਦਾ ਧਰਮ ਬਚਾਵੇਗਾ। ਫਿਰ ਦੂਜਾ ਵਚਨ ਕੀਤਾ, ਸਮਾਂ ਪਾ ਕੇ ਇਸ ਦੇ ਘਰ ਵਿੱਚ ਉਹ ਆਏਗਾ ਜਿਹਦੇ ਵਰਗਾ ਨਾ ਕੋਈ ਪਹਿਲਾਂ ਪੈਦਾ ਹੋਇਆ ਤੇ ਨਾ ਹੀ ਕੋਈ ਆਉਣ ਵਾਲੇ ਸਮੇਂ 'ਚ ਪੈਦਾ ਹੋਵੇਗਾ। ਅੱਜ ਤੱਕ ਇਹ ਸੁਣਿਆ ਕਿ 16 ਕਲਾ ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ ਸਨ, ਇੰਨੀਆਂ ਤਾਕਤਾਂ ਸਨ। 14 ਕਲਾ ਸ਼੍ਰੀ ਰਾਮਚੰਦਰ ਜੀ ਦੇ ਵਿੱਚ। ਹੇ ਨਾਨਕੀ, ਜੋ ਤੇਗ ਬਹਾਦਰ ਦੇ ਘਰ ਵਿੱਚ ਆਵੇਗਾ ਉਹ ਸਾਹਿਬੇ ਕਮਾਲ ਹੋਏਗਾ, ਸਰਬ ਕਲਾ ਸਮਰੱਥ ਹੋਏਗਾ, ਉਹਦਾ ਕੋਈ ਸਾਨੀ ਨਹੀਂ ਹੋਏਗਾ। ਅੱਲਾ ਯਾਰਖਾਂ ਜੋਗੀ ਕਹਿੰਦਾ ਹੈ, ਇਨਸਾਫ ਕਰੇ ਜੀਹ ਮੇਂ ਜ਼ਮਾਨਾ तो यकीन है, कह दे गुरु गोविंद का सानी ही नहीं है। ਕਲਗੀਧਰ ਪਾਤਸ਼ਾਹ ਦਾ ਕੋਈ ਸਾਨੀ ਨਹੀਂ। ਤੇ ਆਪ ਜੀ ਨੂੰ ਪਤਾ ਹੈ ਜੀ, 34 ਸਾਲ ਜਤ ਸਤ ਤਪ ਦੀ ਪਾਲਣਾ ਕੀਤੀ। 34 ਸਾਲ ਬਾਅਦ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਕਿੱਥੇ ਹੋਇਆ? ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਾਵਲਿਓ। ਕਿਤਨਾ ਭਾਗਾਂ ਵਾਲਾ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ। ਜਿਸ ਵੇਲੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਦੀ ਧਰਤੀ 'ਤੇ ਸਨ। ਤੇ 5 ਸਾਲਾਂ ਬਾਅਦ ਪਟਨੇ ਸਾਹਿਬ ਆਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਗੁਰਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ। ਤੇ ਕਹਿੰਦੇ ਨੇ ਜਿਸ ਵੇਲੇ ਮਾਤਾ ਗੁਜਰੀ ਜੀ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਨੇ ਆ ਕੇ ਤੇ ਟਿਕਾਊ ਕੀਤਾ, ਉਸ ਵੇਲੇ ਮਾਤਾ ਗੁਜਰੀ ਜੀ ਅਕਸਰ ਜੋ ਨਾਲ ਗੁਰਮੁਖ ਪਿਆਰੀਆਂ ਸੇਵਾ ਵਿੱਚ ਸਨ, ਉਹਨਾਂ ਨੂੰ ਕਿਹਾ ਕਰਦੇ ਸਨ ਕਿ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਆਕਾਸ਼ ਵਿੱਚੋਂ ਬਹੁਤ ਤੇਜ਼ ਬੜੀ ਭਾਰੀ ਸ਼ਕਤੀ ਆਈ ਤੇ ਮੇਰੇ ਅੰਦਰ ਸਮਾ ਗਈ। ਤੇ ਇੱਕ ਵਾਰੀ ਨਹੀਂ, ਪਤਾ ਨਹੀਂ ਕਿੰਨੀ ਵਾਰੀ ਮੈਨੂੰ ਇੰਜ ਮਹਿਸੂਸ ਹੋਇਆ। ਬਹੁਤ ਤੇਜ਼ੀ ਦੇ ਨਾਲ ਸ਼ਕਤੀ ਆਈ, ਬਹੁਤ ਭਾਰੀ ਪ੍ਰਕਾਸ਼ਮਾਨ ਸ਼ਕਤੀ ਆਈ, ਮੇਰੇ ਅੰਦਰ ਸਮਾ ਗਈ। ਤੇ ਮੈਨੂੰ ਆਪਣੇ ਅੰਦਰੋਂ ਹੀ ਇੱਕ ਐਸਾ ਅਗੰਮੀ ਇਲਾਹੀ ਨੂਰਾਨੀ ਰੂਹਾਨੀ ਪ੍ਰਕਾਸ਼ ਪ੍ਰਗਟ ਹੁੰਦਾ ਦਿਸਦਾ ਜੋ ਪਹਿਲਾਂ ਕਦੀ ਨਹੀਂ ਹੋਇਆ। ਤੇ ਹੋਵੇ ਵੀ ਕਿਉਂ ਨਾ, ਖੰਡਾਂ ਬ੍ਰਹਿਮੰਡਾਂ ਦੇ ਪ੍ਰਕਾਸ਼ ਵਾਲਾ ਦਾਤਾ ਹੁਣ ਮਾਤਾ ਗੁਜਰੀ ਜੀ ਦੀ ਕੁੱਖ ਦੇ ਵਿੱਚ ਆ ਟਿਕਿਆ ਹੈ, ਕੁੱਖ ਦੇ ਵਿੱਚ ਆਣ ਬਰਾਜਿਆ ਹੈ। ਤੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤਾ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਮਾਂ ਧਨਤਾ ਯੋਗ ਹੈ ਜੀ, ਤਿਨ ਧੰਨ ਜਣੀਂਦੀ ਮਾਓ ਆਏ ਸਫਲ ਸੇ। ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਸੱਚੇ ਪਾਤਸ਼ਾਹ ਜੀ ਨੇ ਫਿਰ ਸ੍ਰਿਸ਼ਟੀ ਦੇ ਵਿੱਚ ਆ ਕੇ ਖੇਡਾਂ ਰਚਾਈਆਂ ਜੀ। ਮਹਾਰਾਜ ਜੀ ਕਿਰਪਾ ਕਰਨ, ਆਪਾਂ ਇਤਿਹਾਸ ਦੀ ਵਿਚਾਰ ਉਹ ਵੀ ਪ੍ਰਾਰੰਭ ਕਰਨੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ
ਕਲਗੀਧਰ ਪਾਤਸ਼ਾਹ ਜੀ ਤੱਕ, ਫਿਰ ਪਰਤ ਕੇ ਮਿਸਲਾਂ ਦਾ ਇਤਿਹਾਸ, ਫਿਰ ਪਰਤ ਕੇ ਜੋ ਮਹਾਂਪੁਰਖਾਂ ਦਾ ਇਤਿਹਾਸ, ਜੋ ਸਾਡੇ ਜੀਵਨ ਨੂੰ ਹੋਰ ਅਗਰਸਰ ਕਰਕੇ ਤੇ ਬੰਦਗੀ ਕਰਨ ਵਾਲੇ ਪਾਸੇ ਪ੍ਰੇਰਿਤ ਕਰੇ। ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲੈ ਲੈਣ। ਮਕਸਦ ਸਿਰਫ ਇੱਕੋ ਹੈ ਕਿ ਅਸੀਂ ਜੁੜ ਜਾਈਏ ਸਿਮਰਨ ਵਿੱਚ, ਗੁਰੂ ਕੀ ਬਾਣੀ ਵਿੱਚ। ਤੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮੇਸ਼ਵਰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਕੋਈ ਵੀ ਉਸ ਦਾ ਅੰਤ ਨਹੀਂ ਪਾ ਸਕਦਾ। ਤੇ ਜੇਕਰ ਕੋਈ ਅੰਤ ਪਾਉਣ ਵਾਲੇ ਪਾਸੇ ਜਾਂਦਾ ਹੈ, ਉਸ ਨੂੰ ਖੁਆਰੀ ਹੀ ਮਿਲਦੀ ਹੈ, ਕੋਈ ਵੀ ਉਸ ਦਾ ਪਾਰਲਾ ਕੰਡਾ ਨਹੀਂ ਪਾ ਸਕਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾ ਕੇ ਅੰਤ ਨਾ ਪਾਏ ਜਾਹੇ। ਕਈ ਬੰਦੇ ਪਰਮੇਸ਼ਵਰ ਦਾ ਅੰਤ ਲੱਭਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਹਨ। ਜਿਤਨੀ ਵੀ ਸਾਇੰਸ ਹੈ ਇਹ ਇਸੇ ਯਤਨ ਵਿੱਚ ਹੈ। ਅਸੀਂ ਇੱਕ ਸ਼ਬਦ ਬੋਲਦੇ ਹਾਂ, ਸਾਨੂੰ ਨਹੀਂ ਬੋਲਣਾ ਚਾਹੀਦਾ। ਅਸੀਂ ਕਹਿੰਦੇ ਹਾਂ ਜਿੱਥੇ ਸਾਇੰਸ ਖਤਮ ਹੁੰਦੀ ਹੈ ਉੱਥੇ ਗੁਰਮਤਿ ਸ਼ੁਰੂ ਹੁੰਦੀ ਹੈ। ਨਹੀਂ, ਜਿੱਥੇ ਸਾਇੰਸ ਖਤਮ ਹੋ ਜਾਏ, ਜਿੱਥੇ ਇਹ ਸਾਰੀ ਸ੍ਰਿਸ਼ਟੀ ਖਤਮ ਹੋ ਜਾਏ, ਗੁਰਮਤਿ ਉੱਥੋਂ ਵੀ ਸ਼ੁਰੂ ਨਹੀਂ ਹੁੰਦੀ। ਗੁਰਮਤਿ ਤਾਂ ਬਹੁਤ ਅੱਗਿਓਂ ਸ਼ੁਰੂ ਹੁੰਦੀ ਹੈ। ਜੋ ਸਰੀਰਾਂ ਤੋਂ ਉੱਪਰੋਂ ਸ਼ੁਰੂ ਹੁੰਦੀ ਹੈ ਉਹੀ ਗੁਰਮਤਿ ਹੈ, ਜੋ ਸਮਝ ਵਿੱਚ ਨਹੀਂ ਹੁੰਦੀ। ਮਹਾਰਾਜ ਜੀ ਫਰਮਾਉਂਦੇ ਨੇ, ਬਹੁਤ ਸਾਰੇ ਲੋਕ ਨੇ ਤਰਲੇ ਲੈਂਦੇ ਪਏ ਨੇ, ਵਿਲਕਦੇ ਪਏ ਨੇ, ਚੀਕਾਂ ਮਾਰਦੇ ਪਏ ਨੇ, ਯਤਨਸ਼ੀਲ ਨੇ, ਅੰਤ ਨਹੀਂ ਲੱਭਦਾ ਪਿਆ। ਤੇ ਕਹਿੰਦੇ ਨੇ ਉਹ ਕੋਸ਼ਿਸ਼ ਕਰੀ ਜਾਂਦੇ ਨੇ ਕਿ ਅੰਤ ਮਿਲੇ, ਪਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਅੰਤ ਨਹੀਂ ਮਿਲਦਾ ਪਿਆ, ਕੋਈ ਵੀ ਹੱਦ ਬੰਨਾ ਨਹੀਂ ਮਿਲਦਾ ਪਿਆ। ਹੁਣ ਕੌਣ ਦੱਸੇ ਕਿ ਪਰਮੇਸ਼ਵਰ ਦੇ ਵਿੱਚ ਲੀਨ ਹੋਣਾ ਹੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪਰਮੇਸ਼ਵਰ ਦਾ ਹੱਦ ਬੰਨਾ ਅਸੀਂ ਕਿਵੇਂ ਲੱਭ ਸਕਦੇ ਹਾਂ। ਇਹੋ ਅੰਤ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ। ਕੋਈ ਵੀ ਸ੍ਰਿਸ਼ਟੀ ਦਾ ਬੰਦਾ ਇੱਥੋਂ ਤੱਕ, ਬ੍ਰਹਮ ਗਿਆਨੀਆਂ ਨੇ ਵੀ ਇਹ ਵਚਨ ਕਰ ਦਿੱਤਾ ਕਿ ਪਰਮੇਸ਼ਵਰ ਦਾ ਅੰਤ ਕੋਈ ਨਹੀਂ ਪਾ ਸਕਦਾ। ਖੁਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਰਹੇ ਨੇ, ਤੇ ਆਮ ਮਨੁੱਖ ਦੀ ਗੱਲ ਕੀ ਕਰਨੀ। ਕਹਿੰਦੇ ਨੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਬਹੁਤਾ ਕਹੀਐ ਬਹੁਤਾ ਹੋਏ, ਹਾਹੇ ਨੂੰ ਔਂਕੜ ਭੁੱਲ ਹੀ ਜਾਂਦੇ ਹਾਂ। ਬਹੁਤਾ ਕਹੀਐ ਬਹੁਤਾ ਹੋਏ, ਬਹੁਤਾ ਬਹੁਤਾ ਕਹਿਣਾ ਹੈ। ਮਹਾਰਾਜ ਜੀ ਕਹਿੰਦੇ ਨੇ ਜਿਵੇਂ ਅਸੀਂ ਕਹੀ ਜਾਵਾਂਗੇ, ਉਹ ਪਰਮੇਸ਼ਵਰ ਬਹੁਤ ਦਾ ਅਰਥ ਹੈ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਧਨਤਾ ਯੋਗ ਹੈ। ਤੇ ਕਹਿੰਦੇ ਨੇ ਉਸੇ ਢੰਗ ਦੇ ਨਾਲ ਸਾਨੂੰ ਪਰਮੇਸ਼ਵਰ ਜੀ ਦੇ ਦਰਸ਼ਨ ਹੋਣ ਲੱਗ ਪੈਣਗੇ। ਜੈਸਾ ਅਸੀਂ ਵਿਚਾਰ ਕਰਾਂਗੇ, ਜੈਸੀ ਭਾਵਨਾ ਬਣਾਵਾਂਗੇ, ਉਸੇ ਤਰ੍ਹਾਂ ਸਾਨੂੰ ਉਹਦੇ ਪ੍ਰਗਟ ਰੂਪ ਦੇ ਵਿੱਚ ਵੱਡੇ ਦਰਸ਼ਨ ਹੋਣਗੇ, ਵਿਰਾਟ ਦਰਸ਼ਨ ਹੋਣਗੇ। ਤੇ ਜੇਕਰ ਅਸੀਂ ਆਪਣੇ ਅੰਦਰ ਭਾਵਨਾ ਰੱਖਾਂਗੇ ਕਿ ਅਸੀਂ ਸਭ ਤੋਂ ਵੱਡੇ ਹਾਂ, ਫਿਰ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੋਣਗੇ। ਇਸ ਕਰਕੇ ਅਸੀਂ ਵਾਹਿਗੁਰੂ 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 ਤਾਂ ਹੀ ਕਹਿੰਦੇ ਹਾਂ ਕਿ ਅਸੀਂ ਵਾਹਿਗੁਰੂ ਦੇ ਵਿੱਚ ਸਮਾ ਜਾਈਏ, ਵਾਹਿਗੁਰੂ ਦੇ ਵਿੱਚ ਅਸੀਂ ਆਪਣਾ ਆਪ ਖਤਮ ਕਰ ਦਈਏ, ਵਾਹਿਗੁਰੂ ਦਾ ਰੂਪ ਰਹਿ ਜਾਏ, ਵਾਹਿਗੁਰੂ ਹੀ ਅੰਦਰੋਂ ਬੋਲੇ। ਤੇ ਕਹਿੰਦੇ ਨੇ ਫਿਰ ਦਰਸ਼ਨ ਹੋ ਜਾਂਦੇ ਨੇ। ਜੋ ਪਰਮੇਸ਼ਵਰ ਨੂੰ ਕਹਿੰਦੇ ਨੇ ਕਿ ਹੇ ਪ੍ਰਭੂ ਤੁਸੀਂ ਵੱਡੇ ਹੋ, ਵੱਡੇ ਹੋ, ਤੇ ਪਰਮੇਸ਼ਵਰ ਫਿਰ ਉਸ ਆਤਮਾ ਨੂੰ ਵੀ ਵੱਡਾ ਕਰ ਦਿੰਦਾ ਹੈ। ਸਾਡੇ ਵੱਡੇ ਕਹਿਣ ਨਾਲ ਉਹਨੇ ਵੱਡਾ ਨਹੀਂ ਹੋਣਾ, ਨਹੀਂ ਹੋਣਾ। ਅਸੀਂ ਛੋਟਾ ਜਿਹਾ ਗਲਾਸ ਪਾਣੀ ਦਾ ਭਰੀਏ ਤੇ ਅਸੀਂ ਕਹੀਏ ਕਿ ਭਾਈ ਹੁਣ ਤੂੰ ਸਾਡੀ ਆਗਿਆ ਵਿੱਚ ਉਛਲਣ ਲੱਗ ਪੈ, ਹੁਣ ਤੂੰ ਇੱਕ ਗਲਾਸ ਤੋਂ ਇੱਕ ਟੱਬ ਬਣ ਜਾ, ਇੱਕ ਜੱਗ ਬਣ ਜਾ। ਸਾਡੇ ਕਹਿਣ ਨਾਲ ਤੇ ਉਹ ਵੀ ਨਹੀਂ ਹੋਣਾ, ਤੇ ਉਹ ਤੇ ਫਿਰ ਪਰਮੇਸ਼ਵਰ ਹੈ। ਉਹ ਸਾਡੇ ਕਹਿਣ ਦੇ ਨਾਲ ਵੱਡਾ ਕਿਵੇਂ ਹੋਏਗਾ? ਪਰ ਮਹਾਰਾਜ ਜੀ ਕਹਿੰਦੇ ਨੇ ਇੱਕ ਫਾਇਦਾ ਹੋਏਗਾ, ਤੂੰ ਪਰਮਾਤਮਾ ਨੂੰ ਵੱਡਾ ਵੱਡਾ ਕਹਿ, ਇੱਕ ਸਮਾਂ ਆਏਗਾ ਪਰਮਾਤਮਾ ਤੈਨੂੰ ਵੱਡਾ ਕਰ ਦੇਗਾ। ਤੈਨੂੰ ਵੱਡਾ ਕਿਵੇਂ ਕਰਨਾ? ਉਹ ਆਪਣੇ ਆਪ ਦੇ ਵਿੱਚ ਮਿਲਾ ਲਏਗਾ। ਕਿਉਂ? ਅਸੀਂ ਕਿਉਂ ਮਿਲਣਾ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਆ ਗਈ ਭਾਈ, ਤੇਰੀ ਤੇਰੀ ਟਰਨ ਆ ਗਈ ਆ, ਇਹ ਤੇਰੀ ਵਾਰੀ ਆ ਗਈ ਆ, ਹੁਣ ਤੂੰ ਮਿਲ। ਤੇ ਅਸੀਂ ਕਹਿੰਦੇ ਨਹੀਂ ਨਹੀਂ, ਅਸੀਂ ਨਾ ਪੈਸੇ ਨੂੰ ਹੀ ਮਿਲਣਾ ਆ, ਅਸੀਂ ਆਪਣੇ ਪਰਿਵਾਰਕ ਜੀਆਂ ਨੂੰ ਹੀ ਮਿਲਣਾ ਆ, ਅਸੀਂ ਕਾਰਾਂ ਕੂਰਾਂ ਨੂੰ ਹੀ ਮਿਲਣਾ ਆ, ਅਸੀਂ ਆਪਣੀ ਵਾਹ ਵਾਹ ਨੂੰ ਹੀ ਮਿਲਣਾ ਆ। ਰੱਬ ਨੂੰ ਮਿਲ ਕੇ ਕੀ ਕਰਨਾ?
ਪਰ ਜਿਸ ਵੇਲੇ ਗੁਰੂ ਮਹਾਰਾਜ ਜੀ ਕੋਲ ਜਾਈਏ, ਮਹਾਰਾਜ ਜੀ ਕਹਿੰਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਅੱਗ ਲਾ, ਤੇ ਜੇਕਰ ਅੰਦਰ ਵਾਹਿਗੁਰੂ ਹੈ ਤੇ ਉਹੀ ਤੇਰੇ ਨਾਲ ਜਾਣਾ। ਵਾਹ ਵਾਹ ਕਦੀ ਨਹੀਂ ਨਾਲ ਜਾਂਦੀ। ਨਾਨਕ ਦੁਨੀਆ ਕੀਆ ਵਡਿਆਈਆ ਅੱਗੀ ਸੇਤੀ ਜਾਲ। ਇਹਨਾਂ ਵਡਿਆਈਆਂ ਨੂੰ ਅੱਗ ਲਾ ਦੇ। ਜਿਹੜਾ ਤੇਰੀ ਵਡਿਆਈ ਕਰ ਰਿਹਾ ਤੇਰਾ ਸਭ ਤੋਂ ਵੱਡਾ ਦੁਸ਼ਮਣੀ। ਨਾਨਕ ਦੁਨੀਆ ਕੀਆ ਵਡਿਆਈਆ ਅੱਗੀ ਸੇਤੀ ਜਾਲ। ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਵਾਹੋ ਵਾਹੋ ਕਦੀ ਕਿਸੇ ਦੇ ਨਾਲ ਨਹੀਂ ਜਾਂਦੀ, ਵਾਹਿਗੁਰੂ ਹੀ ਨਾਲ ਜਾਂਦਾ। ਇਸ ਕਰਕੇ ਸਾਨੂੰ ਇੱਕ ਇੱਕ ਸਾਹ ਸਾਂਭਣਾ ਚਾਹੀਦਾ। ਸਾਨੂੰ ਸਿਮਰਨ ਨਿਰੰਤਰ ਕਰਦੇ ਰਹਿਣਾ ਚਾਹੀਦਾ। ਪਤਾ ਨਹੀਂ ਕਿਹੜੇ ਵੇਲੇ ਭੋਗ ਪੈ ਜਾਣਾ, ਕਿਹੜੇ ਵੇਲੇ ਸਵਾਸ ਪੂਰੇ ਹੋ ਜਾਣੇ ਆ ਜੀ, ਸਾਨੂੰ ਪਤਾ ਥੋੜਾ। ਸਾਨੂੰ ਕੋਈ ਪਹਿਲਾਂ ਚਿੱਠੀ ਥੋੜਾ ਮਿਲੀ ਹੈ ਕਿ ਅਸੀਂ ਤੂੰ ਕਾਕਾ 10 ਸਾਲ ਤੋਂ ਜੀਣਾ ਹੀ ਆ, 10 ਕੁ ਸਾਲ ਬਾਅਦ ਨਾ 9ਵੇਂ ਸਾਲ ਤੋਂ ਬਾਅਦ ਭਗਤੀ ਸ਼ੁਰੂ ਕਰ ਦੇਵੀਂ। ਸਾਨੂੰ ਪਤਾ ਹੀ ਕੁਝ ਨਹੀਂ ਜੀ, ਕਿੱਥੇ ਸਾਡਾ ਪਟਾਕਾ ਪੈ ਜਾਣਾ, ਕਿੱਥੇ ਸਾਡਾ ਭੋਗ ਪੈ ਜਾਣਾ, ਸਵਾਸਾਂ ਦਾ ਅੰਤ ਹੋ ਜਾਣਾ। ਮਹਾਰਾਜ ਜੀ ਕਹਿੰਦੇ ਇਸ ਕਰਕੇ ਆਖਰੀ ਸਵਾਸ ਹੀ ਸਮਝ, ਵਾਹਿਗੁਰੂ ਵਾਹਿਗੁਰੂ ਕਰਦਾ ਰਹੋ, ਕਰਦਾ ਰਹੋ, ਤੇ ਫਿਰ ਤੂੰ ਵਾਹਿਗੁਰੂ ਦਾ ਰੂਪ ਹੋ ਜਾਵੇਂਗਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉਹ ਪਰਮੇਸ਼ਵਰ ਵਾਹਿਗੁਰੂ ਬਹੁਤ ਵੱਡਾ ਹੈ, ਉਹ ਮਾਲਕ ਹੈ, ਤੇ ਜਿੱਥੇ ਉਹ ਵਸਦਾ ਹੈ ਉਹ ਸਥਾਨ ਵੀ ਬਹੁਤ ਵੱਡਾ ਹੈ। ਫਿਰ ਕਹਿੰਦੇ ਨੇ ਜੇ ਪ੍ਰਮਾਤਮਾ ਵੱਡਾ ਹੈ, ਉਹ ਜਿੱਥੇ ਵਸਦਾ ਹੈ ਉਹ ਸਥਾਨ ਵੱਡਾ ਹੈ। ਸੱਚਖੰਡ ਵਸੈ ਨਿਰੰਕਾਰ, ਤੇ ਫਿਰ ਉਸ ਤੋਂ ਵੀ ਵੱਡਾ ਕੁਝ ਹੈ? ਰੱਬ ਤੋਂ ਵੀ ਵੱਡੀ ਕੋਈ ਚੀਜ਼ ਹੈ? ਕਹਿੰਦੇ ਹਾਂ ਹੈ। ਰੱਬ ਤੋਂ ਵੱਡਾ ਕਿਹੜੀ, ਰੱਬ ਤੋਂ ਵੱਡਾ ਕੀ ਹੈ? ਮਹਾਰਾਜ ਜੀ ਕਹਿੰਦੇ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਤੂੰ ਰੱਬ ਤੋਂ ਵੱਡੀ ਚੀਜ਼ ਨੂੰ ਜਪੇ। ਕੀ? ਰੱਬ ਦਾ ਨਾਮ ਰੱਬ ਤੋਂ ਵੀ ਵੱਡਾ ਹੈ। ਵੇਖੋ ਮਹਾਰਾਜ ਜੀ ਕਹਿ ਰਹੇ ਨੇ ਉੱਚੇ ਉੱਪਰ, ਇਹਨੂੰ ਉੱਪਰ ਨਹੀਂ ਕਹਿਣਾ, ਊੜੇ ਨੂੰ ਔਂਕੜ ਉੱਤੇ ਅਧਕ ਲੱਗੇਗਾ। ਉੱਚੇ ਉੱਪਰ ਉੱਚਾ ਨਾਉ, ਉਸ ਪਰਮੇਸ਼ਵਰ ਤੋਂ ਉੱਪਰ ਪਰਮੇਸ਼ਵਰ ਦਾ ਨਾਮ ਹੈ। ਇਸ ਕਰਕੇ ਭਾਈ ਨਾਮ ਜਪਦਾ ਰਹੋ, ਜਪਦਾ ਰਹੋ। ਇਸ ਨਾਮ ਨੇ ਹੀ ਸਹਾਈ ਹੋਣਾ, ਲੋਕ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ। ਏਵੜ ਉੱਚਾ ਹੋਵਾ ਕੋਇ, ਤਿਸ ਉੱਚੇ ਕਾ ਜਾਣੈ ਸੋਇ। ਕਹਿੰਦੇ ਨੇ ਜਾਂ ਤੇ ਫਿਰ ਪਰਮੇਸ਼ਵਰ ਵਰਗਾ ਸ਼ਕਤੀਸ਼ਾਲੀ, ਪਰਮੇਸ਼ਵਰ ਵਰਗਾ ਤਾਕਤਵਰ, ਪਰਮੇਸ਼ਵਰ ਵਰਗੀ ਹਸਤੀ ਰੱਖਣ ਵਾਲਾ ਕੋਈ ਹੋਵੇ, ਉਹ ਹੀ ਪਰਮੇਸ਼ਵਰ ਜੀ ਨੂੰ ਜਾਣ ਸਕਦਾ ਹੈ ਕਿ ਕਿੰਨਾ ਵੱਡਾ ਹੈ। ਕੋਈ ਆਮ ਮਨੁੱਖ ਪਰਮੇਸ਼ਵਰ ਜੀ ਦੁਆਰਾ ਸਿਰਜਿਆ ਹੋਇਆ ਕੋਈ ਵੀ ਇਹ ਅੰਤ ਨਹੀਂ ਪਾ ਸਕਦਾ ਕਿ ਉਹ ਕਿੰਨਾ ਵੱਡਾ ਹੈ। ਜੀਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਪਰਮੇਸ਼ਵਰ ਜੀ ਹੀ ਆਪ ਜਾਣਦੇ ਨੇ। ਜੇਵੜ ਆਪ, ਇੱਥੇ ਰੁਕ ਜਾਣਾ ਹੈ। ਜਾਣੈ ਆਪ ਆਪ, ਉਹ ਆਪਣੇ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵੱਡਾ ਹੈ। ਅੱਗੇ ਕਹਿੰਦੇ ਨੇ ਨਾਨਕ, ਇੱਥੇ ਵਿਸ਼ਰਾਮ ਹੈ, ਹਾਫ ਵਿਸ਼ਰਾਮ। ਨਾਨਕ ਨਦਰੀ ਕਰਮੀ ਦਾਤ, ਤੇ ਇਸ ਕਰਕੇ ਹਰ ਇੱਕ ਦਾਤ ਪਰਮੇਸ਼ਵਰ ਦੀ ਮਿਹਰ ਦੀ ਨਿਗਾਹ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ, ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ। ਸਾਨੂੰ ਕੋਈ ਵੀ ਚੀਜ਼ ਐਵੇਂ ਨਹੀਂ ਮਿਲੀ ਕਿ ਜਿਸ ਦਾ ਕੋਈ ਅਰਥ ਨਾ ਹੋਵੇ। ਮਿਰਜ਼ਾ ਗਾਲਿਬ ਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਇਹ ਬੰਦਾ ਸ਼ਰਾਬੀ ਡਿੱਗਿਆ ਪਿਆ, ਤੇ ਅੱਗੋਂ ਮਿਰਜ਼ਾ ਗਾਲਿਬ ਨੇ ਆਖਿਆ ਸੀ ਸ੍ਰਿਸ਼ਟੀ ਵਿੱਚ ਜੋ ਵੀ ਮਨੁੱਖ ਪੈਦਾ ਹੋਇਆ ਇੱਕ ਬੜੀ ਵੱਡੀ ਤਾਕਤ ਲੈ ਕੇ ਪੈਦਾ ਹੋਇਆ। ਇਹ ਗੱਲ ਵੱਖਰੀ ਕਿਸ ਨੂੰ ਪਤਾ ਨਾ ਹੋਵੇ। ਉਹਨਾਂ ਨੇ ਆਪਣੇ ਢੰਗ ਨਾਲ ਇਹ ਸ਼ਬਦ ਕਹੇ ਸੀ, ਕੋਈ ਵੀ ਮਨੁੱਖ ਇਸ ਧਰਤੀ ਦੇ ਤਖਤੇ ਉੱਤੇ ਆਮ ਲਿਖਿਆ ਹੋਇਆ ਅੱਖਰ ਨਹੀਂ ਹੈ ਜਿਹੜਾ ਐਵੇਂ ਹੀ ਲਿਖਿਆ, ਬਿਨਾਂ ਮਤਲਬ ਤੋਂ ਲਿਖਿਆ ਕਿ ਜਦੋਂ ਮਰਜ਼ੀ ਮਿਟਾ ਦਈਏ। ਜੋ ਵੀ ਪਰਮੇਸ਼ਵਰ ਨੇ ਧਰਤੀ ਦੇ ਉੱਤੇ ਪੈਦਾ ਕੀਤਾ, ਇੱਕ ਵੱਡੀ ਸ਼ਕਤੀ ਦੇ ਕੇ ਧਰਤੀ ਤੇ ਭੇਜਿਆ, ਇਹ ਉਹਦੀ ਬਦਕਿਸਮਤੀ ਹੈ ਕਿ ਉਹਨੂੰ ਗੁਰੂ ਨਾ ਮਿਲੇ। ਇਹ ਉਹਦੀ ਬਦਕਿਸਮਤੀ ਹੈ ਕਿ ਗੁਰੂ ਮਿਲ ਗਿਆ, ਹੁਣ ਗੁਰੂ ਦੇ ਸ਼ਬਦ ਨੂੰ ਕਮਾਵੇ ਨਾ। ਇਹ ਉਹਦੀ ਬਦਕਿਸਮਤੀ ਹੈ ਕਿ ਗੁਰੂ ਦੀ ਸ਼ਕਤੀ ਨੂੰ ਆਪਣੇ ਅੰਦਰੋਂ ਪ੍ਰਗਟ ਨਾ ਕਰ ਸਕੇ। ਇਸ ਕਰਕੇ
ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਹੀ ਸਾਰੀਆਂ ਦਾਤਾਂ ਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਸੰਸਾਰੀ ਦਾਤਾਂ ਇਹ ਵੀ ਉਹਦੀ ਬਖਸ਼ਿਸ਼ ਹੈ ਤੇ ਭਾਵੇਂ ਰੱਬੀ ਦਾਤਾਂ ਇਹ ਵੀ ਉਹਦੀ ਬਖਸ਼ਿਸ਼ ਹੈ ਜੀ। ਸੋ ਇਸ ਢੰਗ ਦੇ ਨਾਲ 24 ਪੌੜੀਆਂ ਸੱਚੇ ਪਾਤਸ਼ਾਹ ਜੀ ਤੁੱਛ ਬੁੱਧੀ ਅਨੁਸਾਰ ਆਪ ਹੀ ਵਰਤ ਕੇ ਵਿਚਾਰ ਕਰਵਾ ਲੈਂਦੇ ਨੇ। 24ਵੀਂ ਪੌੜੀ ਤੱਕ ਅੱਜ ਦੀ ਵਿਚਾਰ ਹੋਈ। ਆਓ ਆਪਾਂ ਸਾਰੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਖੈਰ ਪਾਓ ਤੇ ਮਹਾਰਾਜ ਜੀ ਅਸੀਂ ਬੰਦਗੀ ਦੇ ਵਿੱਚ ਜੁੜੀਏ। ਸੱਚ ਇਹ ਹੈ, ਵੇਖੋ ਆਪਾਂ ਸਾਰੇ ਬੈਠੇ ਹਾਂ, ਆਪਾਂ ਸਾਰੇ ਗੁਰੂ ਕੇ ਸ਼ਬਦ ਨੂੰ ਸੁਣਦੇ ਪਏ ਹਾਂ। ਮਤ ਸੋਚੋ ਕਿ ਕਿਸੇ ਦਾ ਸਰੀਰ ਦਾ ਨਾਮ ਹੈ ਗੁਰਪ੍ਰੀਤ ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਨਹੀਂ, ਇੰਜ ਸੋਚਣ ਦੀ ਲੋੜ ਨਹੀਂ। ਕਥਾਵਾਚਕ ਗੁਰਪ੍ਰੀਤ ਸਿੰਘ ਨਹੀਂ, ਇੰਜ ਸੋਚੋ ਸਿੱਖ ਨੂੰ ਭਾਵਨਾ ਐਸੀ ਹੋਣੀ ਚਾਹੀਦੀ ਹੈ, ਅੰਦਰੋਂ ਪਿਆਰ ਐਸਾ ਹੋਣਾ ਚਾਹੀਦਾ ਹੈ, ਇਹ ਮੇਰਾ ਗੁਰੂ ਨਾਨਕ ਬੋਲਦਾ ਪਿਆ ਹੈ। ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਹੀ ਬੋਲ ਸਕਦਾ ਹੈ। ਤੇ ਫਿਰ ਅਸੀਂ ਦੇਖੀਏ ਕਿ ਸਾਡੇ ਜ਼ਿੰਦਗੀ ਦੇ ਕਿੰਨੇ ਸਾਲ ਅਸੀਂ ਹਨੇਰੇ ਵਿੱਚ ਹੀ ਬਤੀਤ ਕਰ ਛੱਡੇ। ਤੇ ਸੱਚੇ ਪਾਤਸ਼ਾਹ ਹੁਣ ਜਿਹੜੀ ਜ਼ਿੰਦਗੀ ਰਹਿ ਗਈ, ਮਹਾਰਾਜ ਜੀ ਇਹ ਸਾਡੀ ਝੋਲੀ ਦੇ ਵਿੱਚ ਖੈਰ ਪਾਓ ਬੰਦਗੀ ਦੀ, ਤੇ ਅਸੀਂ ਬੰਦਗੀ ਕਰਨਾ ਸ਼ੁਰੂ ਕਰੀਏ। ਸਾਡੇ ਵੱਸ ਦੀ ਗੱਲ ਨਹੀਂ, ਪਰ ਇਹ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਇਹ ਦਰਸ਼ਨ ਦੱਸ ਰਹੇ ਨੇ ਕਿ ਗੁਰੂ ਮਹਾਰਾਜ ਜੀ ਬੜੇ ਖੁਸ਼ ਨੇ ਸਾਡੇ ਤੇ, ਪ੍ਰਸੰਨਤਾ ਦੇ ਘਰ ਵਿੱਚ ਨੇ, ਸਾਡੇ ਤੇ ਬੜੇ ਕਿਰਪਾਲੂ ਦਿਆਲੂ ਨੇ। ਜੇ ਰਸਨਾ ਤੋਂ ਉਹ ਸਿਫਤ ਕਰਾ ਰਿਹਾ, ਕੰਨਾਂ ਦੇ ਰਾਹੀਂ ਸੁਣਾ ਰਿਹਾ, ਅੰਦਰ ਪਿਆਰ ਪਨਪ ਰਿਹਾ, ਅੰਦਰ ਪਿਆਰ ਪ੍ਰਗਟ ਹੋ ਰਿਹਾ, ਇਹਦਾ ਅਰਥ ਇਹ ਹੈ ਕਿ ਦਾਤਾ ਬਾਹਾਂ ਪਸਾਰ ਕੇ ਕਹਿ ਰਿਹਾ ਹੈ ਕਿ ਮੇਰਾ ਬੱਚਿਆ ਹੁਣ ਤੂੰ ਘਰ ਆ, ਬਹੁਤ ਤੂੰ ਬਾਹਰ ਧੱਕੇ ਖਾ ਲਏ, ਬਹੁਤ ਤੂੰ ਬਾਹਰ ਦੀ ਤਾਕਤ ਦੇ ਨਾਲ, ਬਾਹਰ ਦੀਆਂ ਚੀਜ਼ਾਂ ਨਾਲ ਸੁੱਖ ਮਾਣਨ ਦਾ ਯਤਨ ਕੀਤਾ। ਕਿਤੇ ਸਿੱਖ ਕਹੇ ਤੇ ਸਹੀ, ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ, ਮਿਲ ਮੇਰੇ ਬੀਠੁਲਾ ਲੈ ਬਾਹੜੀ ਬੁਲਾਏ, ਹੇ ਮੇਰਾ ਮਾਲਕਾ ਸਾਨੂੰ ਆਪਣੇ ਬਾਹਾਂ 'ਚ ਲੈ ਲੈ, ਆਪਣੀ ਸ਼ਬਦ ਦੀ ਗਲਵਕੜੀ, ਆਪਣੀ ਨੂਰਾਨੀ ਰੂਹਾਨੀ ਗਲਵਕੜੀ ਵਿੱਚ ਲੈ ਲੈ, ਸਾਨੂੰ ਆਪਣੇ ਗਲੇ ਲਾ ਲੈ। ਮਿਲ ਮੇਰੇ ਬੀਠੁਲਾ ਲੈ ਬਾਹੜੀ ਬੁਲਾਏ, ਮਿਲ ਮੇਰੇ ਰਾਮਈਆ ਮੈਂ ਲੇਹ ਛਡਾਏ। ਮੈਨੂੰ ਇਹਨਾਂ 5 ਵਿਸ਼ੇ ਵਕਾਰਾਂ 'ਚੋਂ ਛਡਾ ਲਿਆ ਦਾਤਿਆ, ਮੈਨੂੰ ਮਿਲ। ਤੈਨੂੰ ਮਿਲਣ ਤੋਂ ਪਹਿਲਾਂ ਇਹ ਸਾਰਾ ਕੁਝ ਵਰਤਣਾ ਨਹੀਂ ਦਾਤਿਆ, ਇਸ ਕਰਕੇ ਗਲਵਕੜੀ ਪਾ। ਤੇ ਮਹਾਰਾਜ ਜੀ ਤੇਰੀ ਸ਼ਰਨ ਵਿੱਚ ਆਏ ਆ ਦਾਤਿਆ, ਸਾਨੂੰ ਰੱਖ ਲੈ। ਤੇ ਮਹਾਰਾਜ ਜੀ ਕੋ ਪਤਾ ਕੀ ਕਹਿੰਦੇ ਨੇ, ਜੋ ਸ਼ਰਨ ਆਵੈ, ਆ ਗਿਆ ਤੂੰ ਸ਼ਰਨ 'ਚ, ਆ ਜਾ ਮੇਰਾ ਪੁੱਤ, ਆ ਜਾ ਮੇਰੀ ਧੀ। ਚੱਲ ਭਾਵੇਂ ਇੰਨੇ ਸਾਲ ਗਵਾ ਕੇ ਹੀ ਆਇਆ, ਪਰ ਤੂੰ ਆ ਤੇ ਗਿਆ। ਤੇ ਉਸੇ ਵੇਲੇ ਗੁਰੂ ਕੰਠ ਨਾਲ ਲਾ ਲੈਂਦਾ, ਗਲੇ ਨਾਲ ਲਾ ਲੈਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਮੇਰੇ ਮਾਲਕ ਦਾ ਮੁੱਢ ਕਦੀਮਾ ਸੁਭਾਅ ਹੈ, ਜੋ ਉਹਦੀ ਸ਼ਰਨ ਵਿੱਚ ਆ ਗਿਆ ਦਾਤਾ ਨੂੰ ਗਲਵਕੜੀ ਪਾ ਲੈਂਦਾ ਹੈ, ਸਾਰੇ ਗੁਨਾਹ ਉਹਦੇ ਬਖਸ਼ ਦਿੰਦਾ ਹੈ। ਆਓ ਸੰਗਤ ਜੀ ਆਪਾਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਨਾ ਆਪਾਂ ਗੁਰੂ ਕੇ ਸ਼ਬਦ ਨੂੰ ਜਪੀਏ, ਕਿਉਂਕਿ ਸ਼ਬਦ ਦਾ ਜਾਪ ਹੀ ਸਾਡੇ ਜੀਵਨ ਦਾ ਆਧਾਰ ਹੈ। ਸ਼ਬਦ ਦਾ ਜਾਪ ਹੀ ਸਾਡਾ ਅਸਲੀ ਕੱਪੜਾ ਹੈ। ਹਰ ਨਾਮ ਹਮਾਰਾ ਪਹਿਨਣ, ਜਿਤ ਪਹਿਦੇ ਫਿਰ ਨੰਗੇ ਨਾ ਹੋਵੇ ਹੈ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਮਹਾਰਾਜ ਜੀ ਕਹਿੰਦੇ ਨੇ ਇਹ ਪ੍ਰੇਮ ਦਾ ਪਟੋਲਾ ਹੈ, ਇਹ ਮਾਲਕ ਨੇ ਦਿੱਤਾ। ਪਟੋਲੇ ਦਾ ਅਰਥ ਹੈ ਬਸਤਰ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਆਓ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਖੁਸ਼ੀ ਦੇ ਵਿੱਚ ਗੁਰਮੰਤਰ ਕਰੀਏ, ਸਿਮਰਨ ਕਰੀਏ। ਤੇ ਜਿੱਥੇ ਵੀ ਕੋਈ ਆਪਣੇ ਕਰਮਾਂ ਕਰਕੇ ਕਿਸੇ ਵੀ ਪ੍ਰਕਾਰ ਦੀ ਦੁੱਖ ਤਕਲੀਫ ਦੇ ਵਿੱਚ ਹੈ, ਉਹਦੇ ਵਾਸਤੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਦਾਤਿਆ ਮਿਹਰ ਕਰ। ਸਰੀਰਕ ਦੁੱਖਾਂ ਤੋਂ ਵੀ ਦਾਤਿਆ ਤੂੰ ਨਿਜਾਤ ਦਵਾ,
ਮਾਨਸਿਕ ਦੁੱਖਾਂ ਤੋਂ ਵੀ ਤੇ ਆਤਮਿਕ ਦੁੱਖਾਂ ਤੋਂ ਵੀ। ਤੇ ਇਹਨਾਂ ਦੁੱਖਾਂ ਤੋਂ ਬਚਾਉਣ ਦੀ ਦਵਾਈ ਸਿਰਫ ਇੱਕ ਹੈ, ਉਹ ਹੈ ਪਰਮੇਸ਼ਵਰ ਦਾ ਨਾਮ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਿਆ ਜਮ ਕੀ ਫੰਦਾ। ਆਓ ਸਾਧ ਸੰਗਤ ਜੀ ਗੁਰੂ ਮੰਤਰ ਦਾ ਜਾਪ ਕਰੀਏ। ਸਾਰੀ ਸੰਗਤ ਦਇਆ ਵਰਤਾਇਓ। ਦਾਸ ਬੇਨਤੀ ਕਰੇਗਾ, ਪਰਤ ਕੇ ਆਪ ਜੀ ਅਸੀਸਾਂ ਬਖਸ਼ਿਸ਼ ਕਰਿਓ ਸਾਰੇ। ਵਾਹਿਗੁਰੂ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਹੈ, ਕੋਈ ਸਿੱਖ ਨਿਰੰਤਰ ਇੱਕ ਪਹਿਰ ਗੁਰੂ ਕੀ ਬਾਣੀ ਦੇ ਦਰਸ਼ਨ ਕਰੇ। ਇੰਝ ਸਮਝ ਲਈਏ, ਕੋਈ ਸਿੱਖ 3 ਘੰਟੇ ਸਿਰਫ ਗੁਰੂ ਕੇ ਬਾਣੀ ਦੇ ਦਰਸ਼ਨ ਕਰੀ ਜਾਏ, ਭਾਵੇਂ ਹੱਥ ਵਿੱਚ ਗੁਟਕਾ ਸਾਹਿਬ ਹੋਵੇ, ਭਾਵੇਂ ਹੱਥ ਵਿੱਚ 5 ਗ੍ਰੰਥੀ, ਭਾਵੇਂ ਹੱਥ ਦੇ ਵਿੱਚ ਸੈਂਚੀਆਂ ਹੋਣ, ਭਾਗ ਹੋਣ, ਤੇ ਭਾਵੇਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਾ ਹੋਵੇ। ਮਹਾਰਾਜ ਜੀ ਦਾ ਹੁਕਮ, ਜਦੋਂ ਸਿੱਖ ਆਪਣੇ ਨੇਤਰਾਂ ਦੇ ਨਾਲ ਨਿਰੰਤਰ 3 ਘੰਟੇ ਗੁਰੂ ਕੀ ਬਾਣੀ ਦੇ ਦਰਸ਼ਨ ਕਰੇਗਾ, ਪਾਠ ਕਰੇਗਾ, ਜਾਪ ਕਰੇਗਾ, ਆਸੇ ਪਾਸੇ ਨਾ ਦੇਖੇ, ਆਉਂਦਾ ਕੌਣ ਪਿਆ, ਮੱਥਾ ਕੌਣ ਟੇਕਦਾ ਪਿਆ, ਟਾਈਮ ਕਿੰਨਾ ਹੋ ਗਿਆ, 3 ਘੰਟੇ ਨਿਰੰਤਰ ਜਾਪ ਕਰੇ। ਜਿਹਦੇ ਵੱਲ ਇੱਕ ਵਾਰੀ ਨਿਗਾਹ ਭਰ ਕੇ ਦੇਖ ਲਏਗਾ, ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਖਤਮ ਹੋ ਜਾਣਗੇ। ਜੇਕਰ ਉਹਨੂੰ ਕੋਈ ਭਿਅੰਕਰ ਬਿਮਾਰੀ ਲੱਗੀ ਹੋਏਗੀ, ਪੁਰਾਣੇ ਸਮੇਂ ਦੀ ਬਿਮਾਰੀ ਜੋ ਅੱਜ ਲੇਟੈਸਟ ਨਾਮ ਹੈ ਨਾ, ਅੱਜ ਕਹਿੰਦੇ ਨੇ ਕੈਂਸਰ, ਉਦੋਂ ਕਹਿੰਦੇ ਸਨ ਗੱਦੋ ਧਾਣਾ ਫੋੜਾ, ਐਸਾ ਫੋੜਾ ਜਿਹੜਾ ਜੜ੍ਹਾਂ ਵਾਲਾ ਹੋਵੇ, ਉਦੋਂ ਕਹਿੰਦੇ ਸਨ ਗੱਦੋ ਧਾਣਾ ਫੋੜਾ। ਅੱਜ ਦੇ ਸਮੇਂ 'ਚੋਂ ਕੈਂਸਰ। ਮਹਾਰਾਜ ਜੀ ਦਾ ਬਚਨ, ਕਿਸੇ ਦੇ ਗੱਦੋ ਧਾਣਾ ਫੋੜਾ ਹੋਇਆ ਹੋਵੇ, 3 ਘੰਟੇ ਕੋਈ ਨੈਣ ਭਰ ਕੇ ਗੁਰੂ ਕੀ ਬਾਣੀ ਦੇ ਦਰਸ਼ਨ ਕਰਕੇ ਕਿਤੇ ਉਹਦੇ ਵੱਲ ਝਾਤ ਮਾਰ ਲਵੇ, ਪੂਰੇ ਪ੍ਰੇਮ ਸ਼ਰਧਾ ਦੇ ਅਕੀਦੇ ਨਾਲ, ਉਹਦਾ ਉਹ ਫੋੜਾ ਉੱਥੇ ਹੀ ਖਤਮ ਹੋ ਜਾਣਾ ਹੈ।
ਕਿਉਂਕਿ ਕਰਮਾਂ ਦੇ ਕਰਕੇ, ਪਾਪਾਂ ਦੇ ਕਰਕੇ ਬਿਮਾਰੀ ਆਉਂਦੀ ਹੈ ਤੇ ਉਹ ਫਿਰ ਖਤਮ ਹੋ ਜਾਂਦੀ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਦੇ ਕੋਈ ਬਾਣੀ ਦੇ ਦਰਸ਼ਨ ਕਰਕੇ ਕਿਤੇ ਨੇਤਰ ਭਰ ਕੇ ਕਿਸੇ ਵੱਲ ਦੇਖੇ ਤੇ ਉਹ ਸ਼ਕਤੀ ਵਰਤ ਜਾਂਦੀ ਹੈ। ਸਾਨੂੰ ਭਰੋਸਾ ਇੰਨਾ ਹੋਣਾ ਚਾਹੀਦਾ ਹੈ, ਇੰਨਾ ਭਰੋਸਾ। ਜਿੰਨੇ ਵੀ ਗੁਰਮੁਖ ਪਿਆਰੇ ਇਸ ਵੇਲੇ ਗੁਰੂ ਕੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਸ਼ਰਵਣ ਕਰਦੇ ਪਏ ਨੇ, ਅੱਜ ਪ੍ਰਕਾਸ਼ ਪੁਰਬ ਹੈ ਤੇ ਅੱਜ ਆਪ ਜੀ ਸਾਰੇ ਅਰਦਾਸ ਕਰਿਓ। ਕਿਹੜੀ ਅਰਦਾਸ? ਪ੍ਰਕਾਸ਼ ਪੁਰਬ ਤੇ ਅਰਦਾਸ ਕਰਿਓ, ਦਾਤਿਆ ਅੱਜ ਤੱਕ ਅਸੀਂ ਜਿੰਨਾ ਵੀ ਨਿਤਨੇਮ ਕਰਦੇ ਸਾਂ ਨਾ, ਅੱਜ ਤੋਂ ਬਾਅਦ ਅਸੀਂ ਨਿਤਨੇਮ 5 ਮਿੰਟ ਵਧਾ ਦੇਣਾ। 5 ਮਿੰਟ ਅਸੀਂ ਨਿਤਨੇਮ ਵਧਾ ਦੇਣਾ। ਜਦੋਂ ਵੀ ਕੋਈ ਪ੍ਰਕਾਸ਼ ਪੁਰਬ ਆਵੇ, ਕੋਈ ਸ਼ਹੀਦੀ ਪੁਰਬ ਆਵੇ, ਅਸੀਂ ਆਪਣਾ ਨਿਤਨੇਮ ਵਧਾ ਦਈਏ ਤੇ ਨਿਤਨੇਮ ਦੇ ਨਾਲ ਸਾਡਾ ਤੇ ਭਲਾ ਹੋਣਾ ਹੀ ਹੋਣਾ ਹੈ। ਜਿਸ ਥਾਂ ਤੇ ਗੁਰੂ ਕਾ ਸਿੱਖ ਬੈਠ ਜਾਏਗਾ ਉਸ ਥਾਂ ਦਾ ਵੀ ਭਲਾ ਹੋ ਜਾਏਗਾ ਤੇ ਜਿਨ੍ਹਾਂ ਦੇ ਵੱਲ ਨੈਣ ਭਰ ਕੇ ਦੇਖੇਗਾ, ਨਿਰਮਲ ਦ੍ਰਿਸ਼ਟੀ ਨਾਲ ਦੇਖੇਗਾ, ਉਹਨਾਂ ਦਾ ਵੀ ਭਲਾ ਹੋ ਜਾਏਗਾ। ਗੁਰੂ ਕਾ ਸਿੱਖ ਇਸ ਢੰਗ ਦੇ ਨਾਲ ਕਈਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਕਈਆਂ ਦਾ ਪਾਰ ਉਤਾਰਾ। ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ ਜੀ, ਮਾਘ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਕਹਿੰਦੇ ਨੇ ਤੂੰ ਜੋ ਨਾਮ ਧਿਆਇਆ, ਜੋ ਸੁਣਿਆ, ਹੁਣ ਤੂੰ ਜਿੱਧਰ ਦੇਖੇਂਗਾ ਉੱਧਰ ਆਪਣੇ ਆਪ ਹੀ ਚਲਾ ਜਾਣਾ। ਵਾਈਬ੍ਰੇਸ਼ਨ ਦੇ ਰਾਹੀਂ, ਤਰੰਗਾਂ ਦੇ ਰਾਹੀਂ, ਲਹਿਰਾਂ ਦੇ ਰਾਹੀਂ, ਆਤਮਿਕ ਸ਼ਕਤੀ ਦੇ ਰਾਹੀਂ। ਸੱਚੇ ਪਾਤਸ਼ਾਹ ਜੀ ਭਲੀ ਕਰਨ ਜੀ। ਬਾਕੀ ਦੀ ਵਿਚਾਰ ਅਸੀਂ ਕੱਲ੍ਹ ਕਰਾਂਗੇ। ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਤੇ ਅੱਜ ਆਪ ਜੀ ਬੇਨਤੀ ਕਰਿਓ, ਸੱਚੇ ਪਾਤਸ਼ਾਹ ਆਪ ਜੀ ਦਇਆ ਵਰਤਾਓ ਤੇ ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਆ ਜਾਏ, ਕਿਤੇ ਬੰਦਗੀ ਆ ਜਾਏ। ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਬਖਸ਼ ਲਿਓ। ਜੇ ਬਖਸ਼ਦੇ ਹੋ, ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।